ਅੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਪਰਮ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮੋਹਿ ਉਚਾਰੇ। ਦੁਇ ਕਰ ਜੋਰ ਕਰਮ ਚਰਨ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਮ ਸੁਨੈ ਹੁਕਮ ਗੁਰ ਕੀ, ਗੁਰਮੁਖ ਧਿਆਨ ਹਿਰਦੈ ਮਹਿ ਧਾਰੇ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਏ ਦਰਬਾਰੇ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਏ ਦਰਬਾਰੇ। ਡੰਡੋਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਹਰ ਹੱਥ, ਗਿਆਨ ਅੰਜਨ ਗੁਰ ਦੀਆ। ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ। ਨਾਨਕ ਮਨ ਪ੍ਰਗਾਸ, ਬੂਝਰੈ ਸ਼ਾਸਤਰ ਕਾਟ। ਪਿੰਗ ਹਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ। ਜੋ ਕਾਲ ਕਿਰਪਾ ਕਰਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਗੁਣਵੰਤੀ ਜੋ ਦਿਸੈ ਗੁਰ ਸਿਖੜਾ, ਤਿਸ ਨੇਵ ਨੇਵ ਲਾਗੋ ਪਾਏ ਜੀਓ। ਆਖਾ ਬਿਰਥਾ ਜੀ ਕੀ, ਗੁਰ ਸੱਜਣ ਦੇ ਮਿਲਾਏ ਜੀਓ। ਜੋ ਦਿਸੈ ਗੁਰ ਸਿਖੜਾ, ਤਿਸ ਨੇਵ ਨੇਵ ਲਾਗੋ ਪਾਏ ਜੀਓ। ਆਖਾ ਬਿਰਥਾ ਜੀ ਕੀ, ਗੁਰ ਸੱਜਣ ਦੇ ਮਿਲਾਏ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਸਾਧ ਸੰਗਤ ਜੀਓ, ਆਪ ਸਾਰੇ ਵੱਡਿਆਂ ਭਾਗਾਂ ਵਾਲੇ ਹੋ। ਜੋ ਗੁਰੂ ਮਹਾਰਾਜ ਦੀ ਅਪਰੰਪਾਰ ਮਿਹਰ ਬਖਸ਼ਿਸ਼ ਦਾ ਸਦਕਾ, ਸਤਿਗੁਰੂ ਜੀ ਦੇ ਬਖਸ਼ੇ ਹੋਏ ਉਦਮ ਦੁਆਰਾ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਚੱਲ ਰਹੀ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਉਪਰੰਤ ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰ ਦਿਵਸ ਅਤੇ ਚੱਲ ਰਹੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਸ਼ਰਵਣ ਕਰਨ ਵਾਸਤੇ ਆਪ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਿਛਲੇ ਸਾਲ 550 ਸਾਲਾ ਗੁਰਪੁਰਬ ਦੀ ਯਾਦ ਵਿੱਚ ਸਮਾਗਮ ਹੋਏ ਸਨ। ਐਤਕੀ 552 ਸਾਲਾ ਇਹ ਗੁਰਪੁਰਬ ਮਨਾਉਣ ਦੀਆਂ ਪ੍ਰਬੰਧਕਾਂ ਵੱਲੋਂ, ਸਿੱਖ ਸੰਗਤਾਂ ਵੱਲੋਂ ਤਿਆਰੀਆਂ ਹੋ ਰਹੀਆਂ ਹਨ ਔਰ ਸੰਗਤਾਂ ਦੇ ਮਨਾਂ ਵਿੱਚ ਬੜਾ ਪਿਆਰ ਔਰ ਉਤਸ਼ਾਹ ਹੈ। ਸੋ ਆਪੋ ਆਪਣੀਆਂ ਭਾਵਨਾ ਦੇ ਅਨੁਸਾਰ ਸੰਗਤਾਂ ਦੇ ਮਨਾਂ ਵਿੱਚ ਸੇਵਾ ਦੀ ਜਿਸ ਪ੍ਰਕਾਰ ਦੀ ਰੁਚੀ ਹੈ ਔਰ ਪ੍ਰਬੰਧਕਾਂ ਦੇ ਸਹਿਯੋਗ ਨਾਲ ਉਸ ਤਰ੍ਹਾਂ ਦਾ ਵਿਚਾਰ ਕਰਨ ਦੀ ਹਰੇਕ ਦੇ ਮਨ ਵਿੱਚ
ਬੜੀ ਪਿਆਰ ਦੀ ਧਾਰਨਾ ਹੈ। ਆਓ ਪਿਆਰ ਦੇ ਨਾਲ ਜਿੱਥੇ ਅੰਮ੍ਰਿਤ ਰੂਪ ਗੁਰਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ, ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿਚਾਰ ਸ਼ਰਵਣ ਕਰੀਏ। ਮਨ ਵਿਅਕਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸੂਹੀ ਮਹੱਲਾ ਪੰਜਵਾ। ਗੁਣਵੰਤੀ। ਸੂਹੀ ਰਾਗ ਦੀ ਬਾਣੀ ਹੈ। ਇਹਦਾ ਸਿਰਲੇਖ ਗੁਣਵੰਤੀ, ਕਿਉਂਕਿ ਜਾਂ ਤਾਂ ਇਨਸਾਨ ਗੁਣਾਂ ਦੇ ਸਹਿਤ ਹੈ ਜਾਂ ਔਗੁਣਾਂ ਵਿੱਚ ਗੁਲਤਾਨ ਹੈ, ਤੇ ਜਿਹਦੇ ਅੰਦਰ ਔਗੁਣ ਹਨ ਉਹਨਾਂ ਬਾਰੇ ਵੀ ਵਿਚਾਰ ਦਿੱਤੀ ਹੈ ਕਿ ਜਿਹੜਾ ਔਗੁਣ ਹਾਰਾ ਮਨੁੱਖ ਹੈ ਉਹਦੀ ਬਿਰਤੀ ਕਿਹੋ ਜਿਹੀ ਹੁੰਦੀ ਹੈ, ਕਿ ਜਿਹੜਾ ਗੁਣਵਾਨ ਹੈ ਉਹਦੇ ਅੰਦਰ ਕੈਸੇ ਕੈਸੇ ਪਵਿੱਤਰ ਗੁਣ ਹਨ। ਉਹਦੇ ਵਿੱਚ ਗੁਰਮੁਖ ਦਾ, ਗੁਰਸਿੱਖ ਦਾ ਲੱਛਣ ਜੋ ਹੈ ਉਹ ਪੂਰੀ ਤੌਰ 'ਤੇ ਵਰਣਨ ਕਰਨਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ, ਜੋ ਆਪਣੇ ਮੁਖਾਰਬਿੰਦ ਤੋਂ ਕਿਰਪਾ ਕੀਤੀ ਹੈ। ਉਸੇ ਬਾਣੀ ਦੀ ਆਪਾਂ ਵਿਚਾਰ ਕਰ ਰਹੇ ਹਾਂ। ਜੋ ਦੀਸੈ ਗੁਰ ਸਿੱਖੜਾ। ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਜੋ ਦੀਸੈ ਗੁਰ ਸਿੱਖੜਾ, ਜਿਹੜਾ ਵੀ ਗੁਰਸਿੱਖ ਗੁਰ ਸਿੱਖਿਆ ਨੂੰ ਧਾਰਨ ਵਾਲਾ ਦੀਸੈ ਨਜ਼ਰ ਆਉਂਦਾ ਹੈ। ਆਪ ਐਸੇ ਗੁਰਸਿੱਖ ਦੇ ਜੇ ਸਾਨੂੰ ਗੁਰੂ ਮਹਾਰਾਜ ਦੀ ਕਿਰਪਾ ਨਾਲ ਦਰਸ਼ਨ ਹੋਣ ਜਾਂ ਅਸੀਂ ਦਰਸ਼ਨ ਕਰਦੇ ਹਾਂ। ਤਿਸ ਨੇਵ ਨੇਵ ਲਾਗੋ ਪਾਏ ਜੀਓ। ਉਸ ਗੁਰਸਿੱਖ ਦੇ ਚੁੱਕ ਚੁੱਕ ਕੇ ਨਿਉ ਨਿਉ ਕੇ ਚਰਨੀ ਲੱਗਦੇ, ਭਾਵ ਉਹਦੀ ਸੰਗਤ ਕਰਦੇ ਹਨ। ਕਿਉਂਕਿ ਗੁਰਮੁਖਾਂ ਦੀ ਜਿਹੜੀ ਸੰਗਤ ਹੈ ਉੱਥੇ ਬੈਠਣ ਨਾਲ ਗੁਰਸਿੱਖੀ ਪ੍ਰਾਪਤ ਹੁੰਦੀ ਹੈ, ਗੁਰਸਿੱਖੀ ਦਾ ਉਤਸ਼ਾਹ ਮਿਲਦਾ ਹੈ, ਅੰਮ੍ਰਿਤ ਛਕਣ ਦੀ ਪ੍ਰੇਰਨਾ ਮਿਲਦੀ ਹੈ। ਪੰਜਾਂ ਵਿਕਾਰਾਂ ਵਿੱਚ ਪਰਪੱਕ ਰਹਿਣ ਵਾਲਾ ਜੀਵਨ ਬਣਦਾ ਹੈ। ਕੁਰੈਤਾਂ ਤੋਂ ਬਚਣ ਦਾ ਇਹ ਵੀ ਵਿਚਾਰ ਮਿਲਦਾ ਹੈ, ਔਰ ਹੋਰ ਵੀ ਸੇਵਾ ਵਾਲਾ, ਸਿਮਰਨ ਵਾਲਾ, ਕੁਰਬਾਨੀ ਵਾਲਾ, ਪਰਉਪਕਾਰ ਵਾਲਾ ਜਿੰਨੇ ਵੀ ਚੰਗੇ ਭਾਵ ਹਨ, ਗੁਰੂ ਮਹਾਰਾਜ ਇਤਿਹਾਸ ਦੇ ਪ੍ਰਸੰਗ, ਗੁਰਬਾਣੀ ਸੰਬੰਧੀ, ਗੁਰਸਿੱਖੀ ਸੰਬੰਧੀ, ਸਤਸੰਗਤ ਔਰ ਗੁਰੂ ਮਹਾਰਾਜ ਦੀ ਮਹਾਨਤਾ, ਗੁਰੂ ਦੇ ਨਿਸ਼ਾਨਾਂ, ਧਾਮਾਂ, ਸਰੋਵਰਾਂ ਅਥਵਾ ਹੋਰ ਵੀ ਗੁਰਮਤਿ ਦੇ ਜਿੰਨੇ ਸਾਧਨ ਹਨ, ਗੁਰਸਿੱਖਾਂ ਦੀ ਸੰਗਤ ਕਰਨ ਨਾਲ ਸ਼ਰਧਾ ਔਰ ਪਿਆਰ, ਪੱਕਤਾ ਪੈਦਾ ਹੁੰਦੀ ਹੈ। ਇਸ ਵਾਸਤੇ ਕਹਿੰਦੇ ਜੇ ਐਸਾ ਗੁਰਸਿੱਖ ਮਿਲ ਜਾਏ, ਅਸੀਂ ਨਿਭ ਨਿਭ ਚੁੱਕ ਚੁੱਕ ਕੇ ਉਹਦੇ ਚਰਨੀ ਲੱਗਦੇ ਹਾਂ। ਆਖਾ ਬਿਰਥਾ ਜੀ ਕੀ। ਅਸੀਂ ਉਹਨਾਂ ਗੁਰਸਿੱਖਾਂ ਦੇ ਕੋਲ ਆਪਣੇ ਮਨ ਦੀ ਜਿਹੜੀ ਬਿਰਥਾ ਪੀੜਾ ਹੈ ਉਹ ਕਹਿੰਦੇ ਹਨ ਕਿ ਤੁਸੀਂ ਗੁਰਸਿੱਖੋ ਕਿਸ ਢੰਗ ਨਾਲ ਪਰਮੇਸ਼ਰ ਦਾ ਨਾਮ ਜਪਿਆ, ਕਿਸ ਢੰਗ ਨਾਲ ਸੇਵਾ ਕੀਤੀ, ਕਿਵੇਂ ਸਤਸੰਗ ਕੀਤਾ, ਤੁਹਾਨੂੰ ਜਿਹੜੀ ਇੰਨੀ ਉੱਚੀ ਸੁੱਚੀ ਪਵਿੱਤਰ ਅਵਸਥਾ ਪ੍ਰਾਪਤ ਹੋਈ ਹੈ। ਤੇ ਸਾਡੇ ਅੰਦਰ ਵੀ ਇਹ ਪੰਜਾਂ ਵਿਕਾਰਾਂ ਦੀ ਬਿਰਥਾ ਪੀੜਾ ਹੈ। ਤੁਸੀਂ ਇਹਨਾਂ ਪੰਜਾਂ ਵਿਕਾਰਾਂ 'ਤੇ ਕਾਬੂ ਕਿਵੇਂ ਪਾਇਆ, ਕਿਵੇਂ ਜਿੱਤ ਪ੍ਰਾਪਤ ਕੀਤੀ, ਆਪਣੇ ਮਨ ਨੂੰ ਕਿਵੇਂ ਜਿੱਤਿਆ, ਬੁੱਧੀ ਨੂੰ ਕਿਵੇਂ ਪਰਪੱਕ ਕੀਤਾ, ਸਰੀਰ ਔਰ ਇੰਦਰੀਆਂ ਨੂੰ, ਮਨ ਬੁੱਧੀ ਨੂੰ ਵਿਕਾਰਾਂ ਤੋਂ ਰਹਿਤ ਕਿਵੇਂ ਕੀਤਾ। ਇਹ ਸਾਡੇ ਮਨ ਵਿੱਚ ਇਹ ਔਗਣ ਹਨ, ਇੱਕ ਪੀੜਾ ਹੈ। ਇਹ ਆਪ ਕਿਰਪਾ ਕਰਕੇ ਦੱਸੋ ਤੁਸੀਂ ਇਸ ਪੀੜਾ ਤੋਂ ਕਿਵੇਂ ਰਹਿਤ ਹੋਏ ਹੋ। ਅਤੇ ਸਾਡੀ ਜਿਹੜੀ ਇਹ ਬਿਰਥਾ ਪੀੜਾ ਹੈ ਇਹ ਅਸੀਂ ਆਪ ਜੀ ਕੋਲ ਕਹਿੰਦੇ ਹਾਂ। ਗੁਰ ਸੱਜਣ ਦੇਹ ਮਿਲਾਏ ਜੀਓ। ਅਤੇ ਇਹ ਵੀ
ਕਿਰਪਾ ਕਰਕੇ ਸਾਨੂੰ ਦੱਸੋ ਗੁਰੂ ਰੂਪੀ ਸੱਜਣ ਜਿੱਥੋਂ ਅਸੀਂ ਵਿਛੜੇ ਹਾਂ ਉਹ ਸਾਨੂੰ ਸ੍ਰੇਸ਼ਟ ਮੱਤ ਦੇ ਕੇ ਉਸ ਪਾਸੇ ਤੋਰੋ। ਅਸੀਂ ਉਸ ਗੁਰਮਤਿ ਦੇ ਰਾਸਤੇ ਚੱਲ ਕੇ ਉਸ ਮੰਜ਼ਿਲ 'ਤੇ ਚਲੀਏ ਔਰ ਸਹੀ ਮੁਕਾਮ 'ਤੇ ਪਹੁੰਚੀਏ। ਗੁਰੂ ਰੂਪੀ ਸੱਜਣ ਤੁਸੀਂ ਮਿਲ ਚੁੱਕੇ ਹੋ, ਸਾਨੂੰ ਵੀ ਮਿਲਾ ਦੇਣਾ ਕਰੋ। ਸੋਈ ਦਾਸ ਉਪਦੇਸੜਾ, ਸਾਨੂੰ ਉਹ ਉਪਦੇਸ਼ ਦੱਸੋ ਜਿਹਦੇ ਨਾਲ ਸਾਡਾ ਟੁੱਟਾ ਹੋਇਆ ਮਨ ਗੁਰੂ ਚਰਨਾਂ ਨਾਲ ਜੁੜਿਆ ਹੈ, ਸਾਡੇ ਅੰਦਰੋਂ ਨਾਸਤਕ ਭਾਵਨਾ ਦੂਰ ਹੋ ਜਾਏ, ਆਸਤਕ ਭਾਵ ਜੋ ਸ਼ਰਧਾ ਵਾਲਾ ਭਾਵ ਹੈ ਉਹ ਪ੍ਰਗਟ ਹੋ ਜਾਵੇ। ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ, ਸਾਡਾ ਜਿਹੜਾ ਮਨ ਹੈ ਉਹ ਗੁਰੂ ਮਹਾਰਾਜ ਦੇ ਪਿਆਰ ਵਿੱਚ ਇੰਨਾ ਰੰਗਿਆ ਜਾਏ, ਇੰਨਾ ਭਿੱਜ ਜਾਏ, ਨਾਮ ਬਾਣੀ ਨਾਲੋਂ ਟੁੱਟ ਕੇ ਅਨੰਤ ਮੈਨੇ ਹੋਰ ਕਿਸੇ ਪਾਸੇ ਨਾ ਜਾਵੇ। ਹਰ ਵੇਲੇ ਅਸੀਂ ਸੇਵਾ ਵਿੱਚ ਰਹੀਏ, ਸਤਸੰਗ ਕਰੀਏ, ਬਾਣੀ ਪੜ੍ਹੀਏ, ਨਾਮ ਦਾ ਅਭਿਆਸ ਕਰੀਏ, ਗੁਰਮੁਖਾਂ ਦੀ ਸੰਗਤ ਕਰੀਏ, ਸਾਡਾ ਮਨ ਕੁਸੰਗਤ ਵੱਲੋਂ ਮਾੜੇ ਪਾਸੇ ਹੋਰ ਕਿਸੇ ਪਾਸੇ ਨਾ ਜਾਵੇ। ਐਸੀ ਕਿਰਪਾ ਕਰ ਦੇਣਾ ਕਰੋ। ਇਹ ਮਨ ਤੈ ਕੂ ਦੇਵਸਾ, ਕਿਉਂਕਿ ਗੁਰਸਿੱਖਾਂ ਵੱਲੋਂ ਇਹੀ ਪ੍ਰੇਰਨਾ ਹੁੰਦੀ ਪਈ, ਮਨ ਜਿਹੜਾ ਜਿੰਨਾ ਚਿਰ ਤੈਨੂੰ ਆਪਣਾ ਬਣਾਇਆ ਹੋਇਆ ਫਿਰ ਤਾਂ ਇਹ ਆਪਣੀ ਮਨਮਰਜ਼ੀ ਕਰੇਗਾ, ਗਲਤੀਆਂ ਕਰੇਗਾ। ਤੇ ਜਦੋਂ ਆਪਣੇ ਮਨ ਨੂੰ ਗੁਰੂ ਨੂੰ ਅਰਪਣ ਕਰ ਦਿਓਗੇ ਫਿਰ ਮਨ ਕਿਸੇ ਤਰ੍ਹਾਂ ਦਾ ਮਾੜਾ ਜਿਹੜਾ ਸੰਕਲਪ ਹੈ ਉਹ ਕਰ ਨਹੀਂ ਸਕੇਗਾ। ਇਹ ਮਨ ਜਿਵੇਂ ਤੁਸੀਂ ਗੁਰੂ ਨੂੰ ਦਿੱਤਾ, ਅਸੀਂ ਕਿਵੇਂ ਗੁਰੂ ਨੂੰ ਅਰਪਣਾ ਕਰੀਏ। ਇਹ ਮਨ ਤੈਂ ਕੂ ਦੇਵਸਾ, ਗੁਰੂ ਨਿਰੰਕਾਰ ਨੂੰ ਆਪਣਾ ਮਨ ਦੇ ਦੇਣਾ ਕਰੀਏ। ਮੈਂ ਮਾਰਗ ਦੇਵ ਬਤਾਏ ਜੀਓ, ਤੇ ਸਾਨੂੰ ਉਹ ਮਾਰਗ ਦੱਸੋ ਜਿਹਦੇ ਦੁਆਰਾ ਅਸੀਂ ਆਪਣਾ ਮਨ ਗੁਰੂ ਨੂੰ ਸੌਂਪ ਕੇ ਉਹ ਜਿਹੜੀ ਉੱਚੀ ਸੁੱਚੀ ਪੰਜਾਂ ਪਿਆਰਿਆਂ ਵਾਲੀ, 4 ਸਾਹਿਬਜ਼ਾਦਿਆਂ ਵਾਲੀ, 40 ਮੁਕਤਿਆਂ ਵਾਲੀ ਜਾਂ ਹੋਰ ਵੀ ਬੇਅੰਤ ਗੁਰਸਿੱਖ ਹਨ ਜਿਨ੍ਹਾਂ ਨੂੰ ਇਹ ਅਵਸਥਾ ਮਿਲੀ ਹੈ, ਉਸ ਅਵਸਥਾ ਨੂੰ ਪ੍ਰਾਪਤ ਕਰ ਸਕੀਏ। ਆਓ ਆਇਆ ਦੂਰੋਂ ਚੱਲ ਕੇ, ਹਾਂ ਅਸੀਂ ਪਿਛਲੇ ਜਨਮਾਂ 'ਚ ਪਤਾ ਨਹੀਂ 83 ਲੱਖ ਜੂਨਾਂ ਭੋਗਦੇ ਹੁਣ ਚੱਲ ਕੇ ਇਸ ਮਨੁੱਖ ਜਨਮ 'ਚ ਆਏ ਹਾਂ, ਜਾਂ ਇਸ ਜਨਮ 'ਚ ਕੁਸੰਗਤ ਵਿੱਚੋਂ ਨਿਕਲ ਕੇ ਸੱਚੀ ਸੰਗਤ ਵਿੱਚ ਗੁਰੂ ਦੁਆਰੇ 'ਤੇ ਆਏ ਹਾਂ। ਬੜੀ ਦੂਰ ਤੋਂ ਪੰਧ ਕਰਕੇ ਗੁਰੂ ਕੀ ਸ਼ਰਨ ਵਿੱਚ ਆਏ ਹਾਂ। ਮੈਂ ਤੱਕੀ ਤਉ ਸਰਨਾਏ ਜੀਓ, ਇਹ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਪਾਸੇ ਘੁਮਾ ਕੇ ਦੇਖ ਲਿਆ, ਕਿਸੇ ਪਾਸਿਓਂ ਢੋਈ ਨਹੀਂ ਮਿਲੀ, ਮਨ ਨੂੰ ਸ਼ਾਂਤੀ ਨਹੀਂ ਮਿਲੀ। ਮੈਂ ਤੱਕੀ ਤਉ ਸਰਨਾਏ, ਹੁਣ ਅਸੀਂ ਆਪ ਜੀ ਦੀ ਸ਼ਰਨ ਤੱਕੀ ਹੈ। ਜਿਵੇਂ ਜਿਹੜੇ ਭੱਟ ਸੀਗੇ, ਇਹ ਬੜੇ ਗੰਧਰਵ ਸੀਗੇ, ਕੁਦਰਤੀ ਮਹਾਰਾਜ ਜਿਹੜੇ ਆਏ, ਇਹਨਾਂ ਨੂੰ ਆਪਣੀ ਵਿਦਿਆ ਦਾ ਹੰਕਾਰ ਮਾਣ ਸੀ, ਇਹ ਉੱਠ ਕੇ ਸਤਿਕਾਰ ਨਾ ਕੀਤਾ। ਬ੍ਰਹਮਾ ਦੇ ਸਹਿਤ ਸੀਗੇ, ਇਹ 16 ਭੱਟ ਸੀਗੇ, ਇੱਕ ਇੱਕ ਵੇਦ ਦੇ 4 ਵਕਤੇ, ਔਰ 4 ਚੌਕੇ 16 ਤੇ 17ਵਾਂ ਬ੍ਰਹਮ। ਤੇ ਮਹਾਰਾਜ ਨੇ ਕਿਹਾ ਕਿ ਤੁਹਾਨੂੰ ਵਿਦਿਆ ਦਾ ਬੜਾ ਹੰਕਾਰ ਹੋ ਗਿਆ, ਤੁਹਾਨੂੰ ਗੁਰੂ ਪਰਮੇਸ਼ਰ ਦਾ ਸਤਿਕਾਰ ਕਰਨਾ ਹੀ ਭੁੱਲ ਗਿਆ, ਜਾਓ ਮਾਤ ਲੋਕ ਵਿੱਚ ਘੁੰਮਦੇ ਫਿਰੋ। ਔਰ ਹੁਣ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਮਾਫ ਕਰ ਦਿਓ। ਕਹਿੰਦੇ ਕਲਯੁਗ ਦੇ ਅੰਦਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਗੱਦੀ 5ਵੀਂ ਜੋਤ ਧੰਨ ਗੁਰੂ ਅਰਜਨ ਸਾਹਿਬ ਦੇ ਚਰਨਾਂ ਜਾ ਕੇ ਤੁਹਾਨੂੰ ਸ਼ਾਂਤੀ ਮਿਲੇਗੀ। ਇਹ ਫਿਰ ਜਿਹੜੇ ਵਿਦਵਾਨ ਗਦਾਰੂ ਸੀਗੇ, ਇਹ ਪਟਾਂ ਦੇ ਰੂਪ ਦੇ ਵਿੱਚ ਆਏ। ਪਟ ਨਾ ਹੀ ਵਿਦਵਾਨ ਦਾ ਹੁੰਦਾ। ਸੋ 1 ਸਾਲ ਫਿਰ ਇਹ ਤੀਰਥਾਂ ਦੇ ਘੁੰਮਦੇ ਰਹੇ। ਬੜੇ ਉਦੋਂ ਬਹੁਤ ਸੀ, ਵਿਦਵਾਨ ਸੀਗੇ।
ਪਰ ਮਨ ਨੂੰ ਸ਼ਾਂਤੀ ਨਾ ਮਿਲੀ, ਕਿਉਂਕਿ ਹਿੰਦੁਸਤਾਨ ਦੇ ਵਿੱਚ ਤੀਰਥਾਂ ਬੇਅੰਤ ਆ, ਪਰ ਮੁੱਖ ਜਿਹੜੇ ਆ ਉਹ ਸਨਾਤਨੀ ਮਤ ਵਾਲਿਆਂ ਨੇ ਠਾਠ ਮਾਰਿਆ। ਅਤੇ ਜੇ 25 ਕੋ ਰੋਜ਼ ਪੈਂਡਾ ਕਰੀਏ, ਇਹ ਫਿਰ 68 ਤੀਰਥ ਜਿਹੜੇ ਇੱਕ ਸਾਲ ਵਿੱਚ ਇਹਨਾਂ ਦੀ ਯਾਤਰਾ ਪੂਰੀ ਹੋ ਜਾਂਦੀ ਹੈ। ਹੁਣ ਉਹ ਪੱਟ ਜ਼ਿਲ੍ਹੇ ਘੁੰਮਦੇ ਘੁੰਮਾਉਂਦੇ ਮਹਾਰਾਜ ਦੇ ਚਰਨਾਂ 'ਚ ਆਏ, ਮਹਾਰਾਜ ਦਰਸ਼ਨ ਕੀਤੇ, ਅੰਮ੍ਰਿਤ ਰੂਪੀ ਬਚਨ ਸੁਣੇ, ਫਿਰ ਸ਼ਾਂਤੀ ਆਈ। ਫਿਰ ਉਹਨਾਂ ਨੇ ਆਚਾਰਨਾ ਕੀਤਾ, ਰਹਿਓ ਸੰਤ ਹੋਣ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸਿਆ ਮੁਖੋਂ ਹੋਏ ਪੰਡਤ ਮਿੱਠੇ, ਏਕ ਵਾਰ ਸਹੁੰ ਫਿਰਿਓ ਕਿਨੇ ਨੂੰ ਪਰਚਾ ਗਾਇਓ, ਕਹਿ ਤਿਆ ਕਹਿਤੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲਗੇ ਤਿਨ ਕੇ ਗੁਣ ਹੋ ਕਿਆ ਕਹੋ, ਗੁਰਦਈ ਮਿਲਾਏ ਵੇਖਿਆ ਜਿਉ ਤੂੰ ਰੱਖਿਆ ਤੇ ਬਰੋ। ਇੱਥੇ ਹੁਣ ਸਾਲ ਦਾ ਜ਼ਿਕਰ ਕੀਤਾ, ਉਹ ਸਹੀ। ਸੋ ਇਸ ਵਾਸਤੇ ਸੰਨਿਆਸੀਆਂ, ਤਪਸੀਆਂ, ਪੰਡਤਾਂ ਕੋ ਕਿੰਨਿਆਂ ਕੋ ਘੁੰਮਦੇ ਰਹੇ, ਮਨ ਨੂੰ ਸ਼ਾਂਤੀ ਨਹੀਂ। ਉਤੋਂ ਕੋਈ ਭੇ ਹੋਰ ਸੀ ਔਰ ਕਹਿਣੀ ਹੋਰ ਸੀ ਅਤੇ ਜਿਹੜੀ ਕਰਨੀ ਹੋਰ ਸੀ। ਇਸ ਵਾਸਤੇ ਹੁਣ ਅਸੀਂ ਘੁੰਮ ਘੁਮਾ ਕੇ ਤੁਹਾਡੇ ਚਰਨਾਂ ਵਿੱਚ ਆਏ ਹਾਂ। ਜਿਵੇਂ ਵੀ ਸਾਡੀ ਇੱਜ਼ਤ ਰਹਿੰਦੀ ਉਵੇਂ ਰੱਖੋ। ਅਤੇ ਗੁਰੂ ਮਹਾਰਾਜ ਨੇ ਕਿਹਾ ਤੁਸੀਂ ਵਿਦਵਾਨ ਹੋ, ਮਹਾਰਾਜ ਦੀ ਉਸ ਸਥਿਤੀ 'ਚ ਬਾਣੀ ਚਲੋ। ਇਹ ਹੁਣ ਸੰਸਕ੍ਰਿਤ ਪੜ੍ਹੇ ਸੀ ਨਾਗ ਭਾਸ਼ਾ, ਅਤੇ ਮਹਾਰਾਜ ਨੂੰ ਕਿਹਾ ਸਮੱਤ ਬਖਸ਼ੋ। ਅਤੇ ਪਹਿਲਾਂ ਮਹਾਰਾਜ ਨੇ ਉਸ ਵਈਏ ਆਪਣੇ ਮੁਖਾਰਬਿੰਦ ਤੋਂ ਉਚਾਰੇ, ਫਿਰ ਇਹਨਾਂ ਨੂੰ ਉਹ ਸਾਰੀ ਚਾਲ ਜਿਹੜੀ ਸੀ ਉਹ ਸਮੱਤ ਬਖਸ਼ੀ। ਫਿਰ ਉਹ ਪੱਟਾਂ ਦੇ ਸਵਈਏ ਵੱਜਦੇ। ਹੁਣ ਭਿੱਖਾ ਜਿਹੜਾ ਉਹ ਬ੍ਰਹਮੇ ਦਾ ਹੈ, ਅਤੇ ਬਾਕੀ ਜਿਹੜੇ ਚਾਰੇ ਵੇਦਾਂ ਦੇ ਬਖਤੇ, ਇੱਕ ਇੱਕ ਦੇ 4-4 ਅਤੇ 16 ਅਤੇ 17ਵਾਂ ਭਿੱਖਾ। ਉਹ ਕਈ ਹੁਣ 11 ਬਣਾ ਕੇ ਬਹਿ ਗਏ, ਉਹ ਫਿਰ ਆਪੋ ਆਪਣੀ ਮਰਜ਼ੀ ਨਾਲ ਕਰੀ ਜਾਂਦੇ, ਪਰ ਹੈਗੇ 17। ਸੋ ਇਸ ਵਾਸਤੇ 16 ਤੇ ਇਹ ਹੋ ਗਿਆ ਚਾਰੇ ਵੇਦਾਂ ਦੇ, 17ਵਾਂ ਬ੍ਰਹਮਾ ਹੈਗਾ। ਸੋ ਇਸ ਵਾਸਤੇ ਸੰਪਰਦਾ ਵਾਲੇ ਮਹਾਂਪੁਰਖ ਜਿਹੜੇ ਆ, ਕੋਈ ਸਦਾ ਮੰਨਦੇ ਆ, ਜਿਹੜੇ ਟੀਕੇ ਆਪਣੀ ਮਰਜ਼ੀ ਨਾਲ ਕੀਤੇ ਆ, ਉਹ ਫਿਰ ਆਪਣੀ ਮਰਜ਼ੀ ਨਾਲ ਹੀ ਅਰਥ ਵੀ, ਅਤੇ ਜਿਹੜੀਆਂ ਥਾਨਕਾ ਭੂਮਿਕਾ ਉਹਨਾਂ ਦਾ ਵੀ ਉਹ ਖੰਡਨ ਕਰਦੇ ਆ। ਅਤੇ ਇਸੇ ਤਰ੍ਹਾਂ ਫਿਰ ਉਹ ਹੈ ਸਹਾਰਾ ਤਾਂ ਉਹ ਸੰਪਰਦਾਈ ਅਰਥਾਂ ਦਾ ਲੈਣ ਦੀ ਕੋਸ਼ਿਸ਼ ਕਰਦੇ ਆ, ਪਰ ਵਿੱਚ ਫਿਰ ਉਹ ਛੱਡ ਕੇ ਸੰਪਰਦਾ ਦਾ ਆਪਣੀਆਂ ਗੱਲਾਂ ਵੀ ਵਿੱਚ ਰਲ ਗੱਡ ਕਰ ਲੈਂਦੇ ਆ। ਸੋ ਇਸ ਵਾਸਤੇ ਸੰਪਰਦਾ ਵਾਲਿਆਂ ਨੇ ਤਾਂ 17 ਹੀ ਮੰਨੇ। ਸੋ ਇਸ ਵਾਸਤੇ ਹੁਣ ਇੱਥੇ ਮਹਾਰਾਜ ਅੱਗੇ ਇਹੀ ਬੇਨਤੀ ਹੈ ਕਿ ਜਿਸ ਤਰ੍ਹਾਂ ਉਹ ਕਹਿੰਦੇ ਅਸੀਂ ਘੁੰਮ ਘੁਮਾ ਕੇ ਤੁਹਾਡੇ ਚਰਨਾਂ 'ਚ ਆਏ ਹਾਂ, ਇੱਥੇ ਸ਼ਾਂਤੀ ਆਈ ਹੈ, ਅਤੇ ਹੁਣ ਇਹ ਵੀ ਕਹਿੰਦੇ ਹੈ ਹੁਣ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੌ ਸ਼ਰਨ ਆਏ। ਇਹ ਮਹਾਰਾਜ ਬੜਾ ਲੰਮਾ ਪੰਧ 83 ਲੱਖ ਜੂਨਾਂ ਦਾ ਘੁੰਮ ਘੁਮਾ ਕੇ ਆਏ ਹਾਂ। ਹੁਣ ਮਨੁੱਖ ਜਨ ਮਿਲਿਆ, ਤੁਹਾਡੀ ਸ਼ਰਨ ਅਸੀਂ ਤੱਕੀ ਹੈ। ਮੈਂ ਆਸਾ ਰੱਖੀ ਚਿਤ ਮਹਿ, ਮੈਂ ਆਪਣੇ ਚਿੱਤ ਵਿੱਚ ਆਸਾ ਰੱਖੀ ਹੈ। ਜਦੋਂ ਵੀ ਕੋਈ ਇਨਸਾਨ ਕਿਸੇ ਕੋਲ ਜਾਂਦਾ, ਫਿਰ ਵੀ ਕੋਈ ਨਾ ਕੋਈ ਆਸ ਹੁੰਦੀ ਹੈ। ਜਦੋਂ ਗੁਰੂ ਘਰ ਆਉਂਦਾ, ਕੋਈ ਨਾ ਕੋਈ ਆਸ ਹੁੰਦੀ ਹੈ। ਦੁਨਿਆਵੀ ਤੌਰ 'ਤੇ ਕੋਈ ਦੁੱਧ ਦੀ, ਕੋਈ ਪੁੱਤ ਦੀ, ਕੋਈ ਮਾਇਆ ਪਦਾਰਥਾਂ ਦੀ, ਕੋਈ ਨੌਕਰੀ ਚਾਕਰੀ ਦੀ, ਕੋਈ ਪਦਵੀ ਪੁਦਵੀ ਮਿਲ ਜਾਏ, ਕੋਈ ਦੇਸ਼ ਪ੍ਰਦੇਸ਼ ਦੇ ਸਫ਼ਰ ਵਾਸਤੇ ਜਾਂ ਕੋਈ ਹੋਰ ਕਾਰੋਬਾਰਾਂ ਲਈ। ਜਿਹੜਾ ਗੁਰਸਿੱਖ ਆ ਉਹ 5 ਵਿਕਾਰ ਦੂਰ ਹੋ ਜਾਣ, ਗੁਰਸਿੱਖੀ ਮਿਲ ਜਾਏ, ਸੁਰਤੀ ਵਿਰਤੀ ਪਰਮਾਤਮਾ ਨਾਲ ਜੁੜ ਜਾਏ, ਜੰਮਣਾ ਮਰਨਾ ਕੱਟਿਆ ਜਾਏ, ਔਰ ਆਵਾਗੁਣ ਮਿਟ ਜਾਏ, ਔਰ ਮੁਕਤੀ ਕਲਿਆਣ ਹੋ ਜਾਏ, ਉਹਦੀ ਵੀ ਆਸ ਹੁੰਦੀ ਹੈ। ਇਸ ਕਰਕੇ ਮੈਂ ਆਸਾ ਰੱਖੀ ਚਿੱਤ ਮੈਂ ਚਿੱਤ ਵਿੱਚ
ਗੁਰਸਿੱਖ ਬਣਨ ਦੀ ਆਸਾ ਰੱਖੀ ਹੋਈ ਹੈ। ਮੇਰਾ ਸਭੋ ਦੁੱਖ ਗਵਾਏ ਜੀਓ। ਆਪ ਜੀ ਕਿਰਪਾ ਕਰੋ, ਮੇਰਾ ਸਾਰੀ ਤਰ੍ਹਾਂ ਦਾ ਜਿਹੜਾ ਦੁੱਖ ਹੈ, ਆਦਿ ਰੂਪ ਹੈ, ਵਿਆਧੀ ਰੂਪ ਹੈ, ਉਪਾਧੀ ਰੂਪ ਹੈ, ਮਨ ਬਾਣੀ ਸਰੀਰ ਦੇ ਜਿੰਨੇ ਵੀ ਦੁੱਖ ਹੈ, ਜੰਮਣ ਵਾਲੇ ਦੇ ਦੁੱਖ ਹੈ, ਇਹ ਭੁੱਖ ਪਿਆਸ ਦੇ ਹੈ, ਹਰ ਸ਼ੋਕ ਦੇ ਹੈ, ਇਹ ਕਿਰਪਾ ਕਰਕੇ ਸਾਰੇ ਦੁੱਖ ਜਿਹੜੇ ਗਵਾ ਦੇਣਾ ਕਰੋ, ਮੇਟ ਦੇਣਾ ਕਰੋ। ਇਤ ਮਾਰਗ ਚੱਲੇ ਭਾਈ ਅੜੇ। ਹਾਂ, ਕਹਿੰਦੇ ਹੈ ਗੁਰਮੁਖ ਪਿਆਰਿਆ, ਜਿਹੜਾ ਗੁਰੂ ਮਹਾਰਾਜ ਨੇ ਮਾਰਗ ਦੱਸਿਆ ਨਾ, ਜਿਹੜੇ ਇਸ ਮਾਰਗ ਦੇ ਉੱਤੇ ਚੱਲਦੇ ਹਨ, ਕਿਉਂਕਿ ਗੁਰਸਿੱਖੀ ਬਾਰੀਕ ਹੈ, ਤਿੱਖੀ ਖੰਡੇ ਧਾਰ, ਇਹ ਬਾਲਹੁ ਨਿੱਕੀ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬੇਖਮ ਮਾਰਗ ਚਲਣ, ਲੱਭ ਲੋਕ ਅਹੰਕਾਰ ਤਾਂ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਬਾਲਹੁ ਨਿੱਕੀ, ਏਤ ਮਾਰਗ ਜਾਣਾ। ਇਹ ਸਿੱਖੀ ਦਾ ਮਾਰਗ ਹੈ। ਇਸ ਵਾਸਤੇ ਇਹ ਗੁਰਮੁਖਾ, ਜੇ ਤੂੰ ਮਜਲ ਨੂੰ ਪਹੁੰਚਣਾ ਚਾਹੁੰਦਾ, ਇਹ ਜਿਹੜਾ ਮਹਾਰਾਜ ਨੇ ਮਾਰਗ ਦੱਸਿਆ, ਜੇ ਇਹਦੇ ਉੱਤੇ ਤੂੰ ਚੱਲ ਪੈਣਾ ਕਰੇ। ਗੁਰ ਕਹੈ ਸੋ ਕਾਰ ਕਮਾਏ ਜੀਓ। ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਬਚਨ ਕਿਹਾ ਨਾ, ਉਹ ਕਾਰ ਕਮਾਉਣਾ ਕਰ। ਕਿਉਂਕਿ ਫਾਰਸੀ ਵਾਲੇ ਕਾਰ ਕਹਿ ਦਿੰਦੇ, ਆਪਾਂ ਕੰਨ ਕਹਿ ਦਿੰਦੇ। ਇਸ ਵਾਸਤੇ ਕਾਰ ਨਾਮ ਲਕੀਰ ਦਾ ਵੀ ਹੈ। ਜਿਹੜਾ ਗੁਰੂ ਦੇ ਲਕੀਰ ਹੁਕਮ ਵਿੱਚ ਰਹਿ ਕੇ ਕੋਈ ਸੇਵਾ ਕੀਤੀ ਜਾਏ, ਦਾਇਰੇ ਵਿੱਚ ਰਹਿ ਕੇ, ਉਹ ਕਾਰ ਸੇਵਾ ਹੋ ਗਈ। ਜਿਹੜੀ ਮਨਮਰਜ਼ੀ ਦੇ ਨਾਲ ਹੈ, ਉਹ ਹੋਰ ਗੱਲ ਹੁੰਦੀ ਹੈ। ਇਸ ਵਾਸਤੇ ਕਈ ਸੇਵਾ ਤਾਂ ਕਰਦੇ ਆ, ਉਹ ਆਪਣੀ ਮਨਮਰਜ਼ੀ ਨਾਲ ਕਰਦੇ ਆ, ਅਤੇ ਜਿਹੜੇ ਗੁਰਸਿੱਖ ਆ, ਉਹ ਫਿਰ ਸਾਰਾ ਗੁਰੂ ਮਹਾਰਾਜ ਦੀ ਰਜ਼ਾ ਵਿੱਚ, ਭਾਣੇ ਵਿੱਚ ਹੁਕਮ ਕਰਦੇ ਆ। ਜਿਹੜਾ ਆਪਣੀ ਮਰਜ਼ੀ ਨਾਲ ਕਰਦਾ, ਉਹ ਫਿਰ ਹੰਕਾਰ ਦੀ ਗੱਲ ਵੀ ਕਰਦਾ। ਜੇ ਉਹਨੂੰ ਟੋਕੇ, ਉਹ ਕਹੇਗਾ ਤੂੰ ਮੇਰੇ ਨਾਲੋਂ ਜ਼ਿਆਦਾ ਸਿਆਣਾ, ਮੈਂ ਤਾਂ ਸਾਰਾ ਠੀਕ ਕੀਤਾ। ਪਰ ਜਿਹੜਾ ਗੁਰਸਿੱਖ ਉਹ ਐਸਾ, ਉਹ ਕਹਿੰਦਾ ਮਹਾਰਾਜ ਭੁੱਲ ਗਏ, ਸੋ ਮਤ ਬਖਸ਼ੋ, ਕਿ ਜੀ ਭੁੱਲਣਹਾਰ। ਇਸ ਕਰਕੇ ਫਿਰ ਜੋ ਮਹਾਰਾਜ ਦੱਸਦੇ ਆ, ਉਹ ਜਿਹੜੀ ਕਾਰ ਸੇਵਾ ਉਹ ਕਮਾਉਣੀ ਕਰੇ। ਤਿਆਗੇ ਮਨ ਕੀ ਮਤੜੀ। ਹਾਂ, ਇਹ ਸੇਵਾ ਕਿਵੇਂ ਕਰਨੀ? ਮਨ ਕੀ ਮਤੜੀ, ਜਿਹੜੀ ਭੈੜੀ ਮੱਤ ਹੈ, ਇੱਕ ਤਾਂ ਗੁਰਮਤ ਵਾਲੀ ਮੱਤ ਹੈ, ਗੁਰੂ ਦੀ ਮੱਤ, ਇੱਕ ਮਨ ਮੱਤ ਹੈ। ਮਤੜੀ ਆਪਣੀ ਜਿਹੜੀ ਖੋਟੀ ਮੱਤ ਆ, ਉਹਨੂੰ ਤਿਆਗ ਦੇਣਾ। ਇਸ ਵਾਸਤੇ ਹੁਣ ਪਿਰਥੀ ਚੰਦ ਵੀ ਜਿਹੜਾ ਸੀ, ਲੈਣ ਦੇਣ ਨੂੰ ਮਾਇਆ ਸੰਭਾਲ ਲਈ, ਆਏ ਦੀ ਵਿਵਸਥਾ ਕਰਨੀ, ਲੰਗਰ ਪਾਣੀ, ਰਿਹਾਇਸ਼, ਮੰਜਾ ਬਿਸਤਰਾ, ਇਸ ਪਾਸੇ ਦਾ ਬੜਾ ਹੁਸ਼ਿਆਰ ਸੀ। ਪਰ ਜਿਹੜਾ ਹੁਕਮ ਵਿੱਚ ਰਹਿ ਕੇ ਸੇਵਾ ਕਰਨੀ, ਉਸ ਪਾਸੇ ਨਹੀਂ। ਉਹਦੇ ਵਿੱਚ ਤਾਂ ਗੁਰੂ ਅਰਜਨ ਸਾਹਿਬ ਸਤ ਵਚਨ ਦੇ ਸੀ। ਅਤੇ ਇਸ ਵਾਸਤੇ ਅੱਜ ਵੀ ਹੈ ਕਿ ਆਪਣੀ ਮੱਤ ਦੇ ਨਾਲ ਬਹੁਤ ਕੁਝ ਕਰਦੇ ਆ, ਕਿ ਅਸੀਂ ਬੜੇ ਸਿਆਣੇ ਹਾਂ, ਅਤੇ ਆਪਣੀ ਸਿਆਣਪ ਦੇ ਨਾਲ ਉਹ ਕਰਦੇ ਆ। ਇੱਕ ਹੁੰਦਾ ਜਿਹੜਾ ਸੰਗਤ ਦੀ ਸਲਾਹ ਦੇ ਨਾਲ ਵਿਚਾਰ ਕਰਕੇ ਗੁਰਮਤਿ ਅਨੁਸਾਰ ਕੋਈ ਕੰਮ ਕਰਨਾ, ਉਹ ਫਿਰ ਠੀਕ ਵੀ ਹੁੰਦਾ। ਜਿਹੜਾ ਮਨਮਰਜ਼ੀ ਦੇ ਨਾਲ ਹੈ, ਉਹ ਸਫਲ ਨਹੀਂ ਹੁੰਦਾ। ਸੋ ਇਸ ਵਾਸਤੇ ਕੋ ਸੇਵਾਦਾਰ ਹੁੰਦੇ ਸੀ, ਅਤੇ ਉਹ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ, ਨੌਵੇਂ ਪਾਤਸ਼ਾਹ ਦਾ ਸਥਾਨ ਹੈ, ਸਾਬੋ ਕੀ ਤਲਵੰਡੀ ਦਮਦਮਾ ਸਾਹਿਬ, ਉੱਥੇ ਸੇਵਾ ਕਰਾਉਂਦੇ ਸੀ। ਉਹ ਹੈਗਾ ਸੀ ਸੈਣੀਆਂ ਚੋਂ, ਸੈਣੀ ਸਰਦਾਰ ਸੀ ਮਨੀ ਮਾਜਰੇ ਦਾ। ਅਤੇ ਇੱਧਰ ਆ ਗਿਆ, ਉਹ ਸੰਤ ਕਹਿਣ ਲੱਗੇ ਤੂੰ ਇੱਥੇ ਨਾ ਬਹਿ ਕੇ ਸੇਵਾ ਕਰਾਈ ਚਲਿਆ ਕਰ। ਹੋਰ ਨਹੀਂ ਕਿਹਾ ਵੀ ਟੋਕਰੀ ਢੋਣੀ ਜਾਂ ਕੋ ਕਰਨਾ, ਸਿਰਫ ਦੇਖ ਰਹੇ। ਉਹਦੇ 'ਚੋਂ ਸਰਦਾਰੀ ਦਾ ਥੋੜ੍ਹੀ ਜਿਹੀ ਬੋਝ ਸੀ। ਉਹ ਕਹਿਣ ਲੱਗਾ ਮੈਂ ਇੱਥੇ ਨਾ ਮਜ਼ਦੂਰਾਂ ਦੇ ਵਿੱਚ ਬੈਠਾ। ਉਹ ਸੰਤਾਂ ਨੇ ਕੋਈ ਬਚਨ ਜਿਹਾ ਕਰ ਦਿੱਤਾ, ਉਹਨੂੰ ਇਹ ਫਿਰ ਹਰ ਵੇਲੇ ਅੱਗੇ ਹੀ ਲੱਗੀ ਰਹਿਣਾ। ਉਸ ਨੇ ਸਿਆਲ ਦੇ ਮਹੀਨੇ ਰਸ ਦਾ ਘੜਾ ਘੜਾ ਪੀ ਜਾਣਾ,
ਸ਼ਾਂਤੀ ਨਾਲ ਹੋਰ ਬੜੀਆਂ ਠੰਡੀਆਂ ਚੀਜ਼ਾਂ ਹਦਵਾਣੇ ਜਾਂ ਖਾਈ ਜਾਣੇ। ਫਿਰ ਉਹ ਸੰਤ ਮਗਰ ਸਿੰਘ ਹੋਏ ਰਾਮਗੜ੍ਹ ਵਾਲੇ, ਲੁਧਿਆਣੇ ਜ਼ਿਲ੍ਹੇ 'ਚ ਗਿਵਰਾਮਾਂ ਦੇ ਕੋਲ, ਉਹਨਾਂ ਕੋਲ ਵੀ ਗਿਆ। ਫਿਰ ਉਹ ਕੁਦਰਤੀ ਸੰਤ ਹਰਖ ਵਾਲਿਆਂ ਕੋਲ ਆਇਆ। ਉੱਥੇ ਫਿਰ ਬਹੁਤ ਜ਼ਿਆਦਾ ਬੇਨਤੀਆਂ ਕੀਤੀਆਂ ਕਿ ਮਹਾਰਾਜ ਹਰ ਵੇਲੇ ਅੱਗ ਲੱਗੀ ਰਹਿੰਦੀ ਹੈ, ਸ਼ਾਂਤੀ ਨਹੀਂ, ਪਿੰਡਾ ਸੜੀ ਜਾਂਦਾ। ਉਹ ਜਿਹੜੇ ਬਹੁਤਾ ਬੇਨਤੀਆਂ ਕੀਤੀਆਂ, ਉਹ ਕਹਿੰਦੇ ਚੰਗਾ ਫਿਰ ਤੂੰ ਕੀੜਿਆਂ ਦੇ ਭੌਣ ਤੇ ਤੂੰ 40 ਜਿਹੇ ਪਾ ਦਿਆ ਕਰ, ਆਪਣੇ ਚੌਲ ਜਿਹਾ ਤਿਲ ਜਿਹਾ ਰਲਾ ਕੇ ਗੁੜ ਜਿਹਾ, ਉਹ ਗੱਲ ਤਾਂ ਬਚਨ ਦੀ ਹੁੰਦੀ। ਫਿਰ ਉਹ ਕੱਚੀ ਲੱਸੀ ਪੀਂਦਾ ਹੁੰਦਾ ਸੀ ਸਿਆਲ ਨੂੰ। ਸੋ ਇਸ ਵਾਸਤੇ ਇਹ ਹੈ ਕਿ ਮਨ ਦੇ ਨਾਲ ਤੇ ਬੰਦਾ ਬਹੁਤ ਕੁਝ ਕਰਦਾ, ਜਿਹੜਾ ਹੁਕਮ ਵਿੱਚ ਇਹ ਬੜਾ ਔਖਾ ਹੈਗਾ। ਗੁਰੂ ਅਮਰਦਾਸ ਸਾਹਿਬ ਨੇ ਇਹ ਕਿਹਾ ਸੀ ਥੜੇ ਬਣਾਓ। ਉਹ ਹੁਣ ਮਹਾਰਾਜ ਸ਼੍ਰੀ ਗੁਰੂ ਰਾਮਦਾਸ ਸਾਹਿਬ ਵੀ ਬਣਾ ਰਿਹਾ ਸੀ ਤੇ ਰਾਮਾ ਵੀ ਬਣਾ ਰਿਹਾ ਸੀ। ਉਹ ਮਹਾਰਾਜ ਆਏ, ਇਹ ਤਾਂ ਗੱਲ ਤੇ ਹਟਾ ਦਿਓ। ਉਹ 70 ਵਾਰੀ ਹੋਇਆ ਕਿ ਆਮ ਬੰਦਾ ਅੱਕ ਵੀ ਜਾਂਦਾ ਨਾ, ਵੀ ਘੜੀ ਘੜੀ ਵੀ ਗੱਲ ਤਾਂ ਕੋਈ ਐਡੀ ਹੈ ਨਹੀਂ, ਐਵੇਂ ਥੜੇ ਜਿਹੇ ਬਣਾਈ ਜੋ ਬਿਨਾਂ ਮਤਲਬ। ਉਹ ਰਾਮਾ ਕਹਿੰਦਾ ਵੀ ਸਾਡੇ ਹੁਣ ਜਿਹੜੇ ਆਪਣੇ ਹੈਗੇ ਆ ਰਿਸ਼ਤੇਦਾਰ ਮਹਾਰਾਜ, ਇਹ ਹੁਣ 70-72 ਗਿਆ, ਉਮਰ ਜ਼ਿਆਦਾ ਹੋ ਗਈ, ਅਸੀਂ ਤਾਂ ਠੀਕ ਬਣਾਉਣੇ ਆ, ਐਵੇਂ ਆ ਕੇ ਕਹਿ ਜਾਂਦੇ ਹਟਾ ਦਿਓ, ਗਲਤ। ਭਾਈ ਜੇਠਾ ਗੁਰੂ ਰਾਮਦਾਸ ਕਹਿੰਦੇ ਆਪਣਾ ਢਾਉਣ ਬਣਾਉਣਾ ਨਹੀਂ, ਆਪਣਾ ਦਾ ਹੁਕਮ ਮੰਨਣ ਵਾਲਾ। ਤੇ ਉਹ ਫਿਰ ਪ੍ਰਵਾਨ ਚੜ੍ਹੇਗਾ ਨਹੀਂ। ਇਸ ਵਾਸਤੇ ਗੱਲ ਤਾਂ ਇੰਨੀ ਗਈ ਸੀ। ਹੁਣ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਪ੍ਰੀਖਿਆ ਕੀਤੀ, ਉਦੋਂ ਵੀ ਬਚਨ ਤਾਂ ਕੋਈ ਵੱਡੇ ਨਾ ਸੀ। ਆ ਚੂਹੀ ਚੱਕ ਕੇ ਬਾਹਰ ਸੁੱਟੋ, ਆ ਕੋਲਾ ਗਾਰੇ ਚੋਂ ਕੱਢ ਲਓ, ਸੰਗਤ ਭੁੱਖੀ ਆ ਕਿ ਕਰਾਂ ਝਾੜ ਦਿਓ, ਆ ਮੁਰਦਾ ਖਾਓ। ਪਰ ਉਸ ਪ੍ਰੀਖਿਆ 'ਚ ਪਾਈ ਲੈਣਾ ਜੀ ਪੂਰੇ ਉਤਰੇ। ਇਸ ਵਾਸਤੇ ਇਹ ਆ ਕਿ ਬਚਨ ਮੰਨਣ ਦੀ ਗੱਲ ਹੈ। ਗੁਰੂ ਘਰ ਵਿੱਚ ਤਾਂ ਪੜ੍ਹਾਈ ਸ਼ਬਦ ਦੀ ਹੈ, ਹੁਕਮ ਮੰਨਣ ਦੀ ਹੈ। ਇੱਥੇ ਫਿਰ ਆਪ ਜਣਾਉਣ ਵਾਲੀ ਗੱਲ ਹੈ ਨਹੀਂ। ਸੋ ਮਹਾਰਾਜ ਸੱਚੇ ਪਾਤਸ਼ਾਹ ਉਹ ਇਸ ਮੱਤ ਦਿੰਦੇ ਹਨ, ਵਿਸਾਰੇ ਦੂਜਾ ਭਾਉ ਜੀਓ। ਆਪਣੀ ਮੱਤ ਤਿਆਗ ਕੇ ਹਉਮੈ ਬੁੱਧੀ ਨੂੰ, ਜਿਹੜਾ ਦੂਸਰਾ ਦਵੈਸ਼ ਭਾਵ ਹੈ, ਇਹਨੂੰ ਤਿਆਗ ਦਿਓ। ਕਿਉਂਕਿ ਦਵੈਸ਼ ਭਾਵ ਕਿਸੇ ਨਾਲ ਤਾਂ ਪ੍ਰੀਤੀ ਦੀ ਗੰਢ ਪਾਉਣੀ, ਕਿਸੇ ਨਾਲ ਬੈਰ ਈਰਖਾ ਕਰਨੀ, ਇਹੀ ਦੋ ਗੱਲਾਂ। ਤੇ ਜਾਂ ਤਾਂ ਕਿਸੇ ਨਾਲ ਜ਼ਿਆਦਾ ਮੋਹ ਮਮਤਾ ਵਧਾ ਲਈ, ਜਾਂ ਬੈਰ ਵਿਰੋਧ ਉਹਦੀ ਫਿਰ ਨਿੰਦਿਆ ਨੁੰਦਿਆ ਕਰੀ ਗਏ। ਇਸ ਕਰਕੇ ਜਿਹੜੀ ਦਵੈਸ਼ ਵਾਲੀ ਬਿਰਤੀ, ਇਹਨੂੰ ਤਿਆਗ ਦੇਣਾ ਕਰੇ। ਦੂਜਾ ਭਾਵ ਜਿਹੜਾ ਇਹ ਤਿਆਗ ਦੇਣਾ ਕਰੇ। ਇਉ ਪਾਵਹਿ ਹਰਿ ਦਰਸਾਵੜਾ। ਇਉਂ ਜਿਹੜਾ ਗੁਰਮੁਖ ਏਕਤਾਵਾਦੀ ਹੈ ਨਾ, ਉਹ ਹਰੀ ਨਿਰੰਕਾਰ ਦਾ ਦਰਸਾਵੜਾ ਦਰਸ਼ਨ ਪਾਉਂਦਾ ਹੈ। ਜਿਹੜਾ ਦਵੈਤਵਾਦੀ ਬੰਦਾ ਨਾ, ਉਹ ਪਰਮੇਸ਼ਰ ਨੂੰ ਨਹੀਂ ਪਾ ਸਕਦਾ। ਜਿਹਦੇ ਮਨ ਵਿੱਚ ਈਰਖਾ ਹੈ, ਘਿਰਣਾ ਹੈ, ਨਫ਼ਰਤ ਹੈ, ਉਹ ਸੰਗਤ ਵਿੱਚ ਵੀ ਇਹੋ ਜਿਹਾ ਹੀ ਵਿਵਾਦ ਖੜਾ ਕਰਦਾ ਹੈ। ਅੱਜ ਕੱਲ੍ਹ ਤਾਂ ਬਹੁਤ ਚੱਲਿਆ ਹੋਇਆ ਕੰਮ। ਪੜ੍ਹ ਕੇ ਦੇਖ ਲਓ, ਇੱਕ ਦੂਜੇ ਦੀ ਮਿੱਟੀ ਕਿਵੇਂ ਪੁੱਟ ਰਿਹਾ ਹੈ। ਸਾਡੇ ਸਿੱਖਾਂ ਵਿੱਚ ਤਾਂ ਗੱਲ ਜ਼ਿਆਦਾ ਹੀ ਆ ਗਈ ਕੁਝ। ਬਸ ਇੱਕ ਦੂਜੇ ਦੀ ਆਲੋਚਨਾ ਕਰਨ ਲੱਗਿਆ ਹੋਇਆ, ਆਪਣੇ ਆਪ ਨੂੰ ਬੜਾ ਸਰਵੋਤਮ ਸ੍ਰੇਸ਼ਟ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਪਸ ਕੋ ਧੀਰ ਕਰ ਜਾਣੇ ਔਰ ਉनको ਲਗ ਮਾਤ। ਕਿ ਅਸੀਂ ਤਾਂ ਜੀ ਬਹੁਤ ਵੱਡੇ ਗੁਰਮਤੀ ਹਾਂ, ਇਹ ਸਾਰੀ ਗੁਰਮਤ ਦਾ ਲਾਇਸੈਂਸ ਸਾਡੇ ਕੋਲ ਹੈ, ਬਾਕੀ ਤਾਂ ਐਵੇਂ ਤੁਰੇ ਫਿਰਦੇ ਆ। ਸੋ ਇਸ ਤਰ੍ਹਾਂ ਜਿਹੜਾ ਹੈ, ਇਹ ਅੱਜ ਕੱਲ੍ਹ ਬੜਾ ਕਲਯੁਗ ਦਾ ਹਉਮੈ ਬਿਰਤੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜੇ ਤੂੰ ਰਾਗ ਦਵੈਸ਼ਾਲੀ, ਇਸ ਤਰ੍ਹਾਂ ਦੀ ਬਿਰਤੀ, ਈਰਖਾ, ਘਿਰਣਾ, ਨਫ਼ਰਤ, ਇਹ ਜਿਹੜੀ ਬਿਰਤੀ ਤਿਆਗੇਗਾ, ਫਿਰ ਤੂੰ ਇਹਨਾਂ ਢੰਗਾਂ ਨਾਲ ਸੇਵਾ ਸਿਮਰਨ ਕਰੇਗਾ, ਫਿਰ ਤਾਂ ਗੁਰੂ ਦਾ ਦਰਸ਼ਨ ਪਾ ਲਏਗਾ। ਅਤੇ ਜੇ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਹੰਕਾਰ ਬਿਰਤੀ ਧਾਰ ਕੇ ਕਰੇਗਾ,
ਫਿਰ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ। ਨਹਿ ਲੱਗੈ ਤਤੀ ਵਾਓ ਜੀਓ। ਤੇ ਜੇ ਤੂੰ ਫਿਰ ਦਵੈਸ਼ ਭਾਵ ਤਿਆਗ ਕੇ ਉਹਦਾ ਸਿਮਰਨ ਕਰੇਗਾ ਤੇ ਫਿਰ ਸਾਰਿਆਂ 'ਚ ਇੱਕੋ ਇੱਕ ਪਰਮੇਸ਼ਰ ਆ, ਤੇ ਤੂੰ ਕਿਸੇ ਦਾ ਬੁਰਾ ਨਹੀਂ ਤੱਕਦਾ। ਜੇ ਕੋਈ ਤੇਰਾ ਬੁਰਾ ਕਰੇਗਾ ਉਹਦਾ ਬੁਰਾ ਹੋ ਜਾਊਗਾ, ਤੇਰਾ ਨਹੀਂ ਹੋਊਗਾ। ਤੈਨੂੰ ਕਿਸੇ ਤਰ੍ਹਾਂ ਦੀ ਤੱਤੀ ਵਾਹ ਨਹੀਂ ਲੱਗੇਗੀ। ਪ੍ਰਹਲਾਦ ਕਿਸੇ ਦਾ ਬੁਰਾ ਨਹੀਂ ਸੋਚਦਾ, ਤੇ ਜਿਹਨੂੰ ਉਹਦਾ ਬੁਰਾ ਕੀਤਾ ਉਹਨਾਂ ਦਾ ਵੇਖ ਲਓ। ਇਸ ਵਾਸਤੇ ਹੋਰ ਗੁਰਸਿੱਖਾਂ ਦੇ ਤਾਂ ਬੇਅੰਤ ਹੀ ਬੇਅੰਤ ਜੀਵਨ ਆ, ਜਿਨ੍ਹਾਂ ਨੇ ਉਹਨਾਂ ਦੇ ਬੁਰੇ ਕੀਤੇ। ਅੱਜ ਉਹਨਾਂ ਦਾ ਕੋਈ ਨਾਂ ਤੇ ਹੈਗਾ ਦੁਨੀਆ ਦੇ? ਕਿੱਥੇ ਗਏ? ਪਰ ਗੁਰਸਿੱਖ ਪੂਜੇ ਜਾ ਰਹੇ, ਉਹਨਾਂ ਦੇ ਸ਼ਹੀਦੀ ਸਥਾਨ ਬਣੇ, ਨਿਸ਼ਾਨ ਝੁੱਲ ਰਹੇ, ਪਾਠ ਹੋ ਰਿਹਾ, ਧੂਫ-ਬੱਤੀਆਂ ਹੋ ਰਹੀਆਂ, ਸੰਗਤਾਂ ਨਮਸਕਾਰਾਂ ਕਰ ਰਹੀਆਂ ਉਹਨਾਂ ਸ਼ਹੀਦਾਂ ਦੀ, ਗੁਰੂਆਂ ਨੂੰ ਪੂਜਾ ਹੋ ਰਹੀ। ਕੋਈ ਭੇਦ ਫਰਕ ਹੈ ਨਹੀਂ ਉਹਨਾਂ ਗੁਰਸਿੱਖਾਂ ਦਾ, ਚਾਹੇ ਉਹ ਮਰੀਜ਼ ਆ ਚਾਹੇ ਸ਼ਹੀਦ ਆ। ਬਾਬਾ ਬੁੱਢਾ ਸਾਹਿਬ ਲੈ ਲਓ, ਬਾਬਾ ਦੀਪ ਸਿੰਘ ਲੈ ਲਓ, ਬਾਬਾ ਨੌਜ ਸਿੰਘ, ਉਹ ਜਿੰਨੀਆਂ ਬੱਸਾਂ ਗੱਡੀਆਂ ਲੰਘਦੀਆਂ ਸਾਰੇ ਮੱਥਾ ਟੇਕ ਕੇ ਹੀ ਜਾਂਦੇ। ਅੱਜ ਕੱਲ੍ਹ ਸਕੇ ਪੇ ਨੂੰ ਤਾਂ ਕੋਈ ਨਾਮ ਭਾਵੇਂ ਟੇਕੇ, ਤੇ ਬਾਬਾ ਨੌਜ ਨੂੰ ਤਾਂ ਟੇਕਦੇ ਨਾ। ਉਹਦੀ ਬੰਦਗੀ ਹੈਗੀ, ਉਹਦੀ ਕਮਾਈ ਅੱਗੇ ਝੁਕਣਾ ਪੈਂਦਾ, ਉਹਦੀ ਕਮਾਈ ਝੁਕਾ ਰਹੇ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਜੀ ਨੇ ਦੂਸਰਾ ਭਾਵ ਦਵੈਸ਼ ਭਾਵ ਤਿਆਗ ਦਿੱਤਾ ਹੈ। ਆਓ ਆਪੋ ਬੋਲ ਨਾ ਜਾਣਦਾ। ਇਹ ਗਰੀਬ ਨਵਾਜ ਆਪ ਸਾਡੇ ਦੇ ਮਿਹਰ ਕਰੋ। ਆਪੋ ਬੋਲ ਨਾ ਜਾਣਦਾ। ਮੈਂ ਤਾਂ ਆਪਣੇ ਆਪ ਬੋਲਣਾ ਨਹੀਂ ਜਾਣਦਾ। ਹੁਣ ਜਦੋਂ ਜੰਮਿਆ ਸੀ ਤੇ ਗੁੰਗਾ ਹੀ ਸੀ, ਉਦੋਂ ਬੋਲਦਾ ਸੀ। ਇਹਦੀ ਮਾਂ ਨੇ ਬੋਲਣਾ ਸਿਖਾਲਿਆ, ਉਹਨੂੰ ਕਹਿ ਵੀ ਮਾਂ ਬੋਲੀ ਜਾਂਦੇ। ਜੇ ਪੰਜਾਬਣ ਹੈ ਉਹ ਪੰਜਾਬੀ ਸਿਖਾਲਤੀ, ਹਿੰਦੀ ਬੋਲਦੀ ਹਿੰਦੀ ਸਿਖਾਲਤੀ, ਫਾਰਸੀ ਸਿਖਾਲਤੀ, ਅੰਗਰੇਜ਼ੀ ਸਿਖਾਲਤੀ। ਉਹਨੂੰ ਪੇ ਬੋਲੀ ਕੋਈ ਨਹੀਂ ਕਹਿੰਦਾ, ਮਾਂ ਬੋਲੀ ਕਹਿੰਦੇ, ਮਦਰ ਲੈਂਗੁਏਜ, ਮਾਤ ਭਾਸ਼ਾ। ਇਸ ਵਾਸਤੇ ਉਹ ਵੀ ਮਹਾਰਾਜ ਦੀ ਸੱਤਾ ਦੇ ਨਾਲ ਹੀ ਹੈ ਸਾਰਾ। ਇਸ ਕਰਕੇ ਕਹਿੰਦੇ ਇਹ ਮਹਾਰਾਜ ਸਾਨੂੰ ਤਾਂ ਬੋਲਣ ਦਾ ਵੀ ਚੱਜ ਨਹੀਂ ਸੰਗਤ ਦੇ ਵਿੱਚ, ਇਸ ਤਰ੍ਹਾਂ ਬੋਲਣ। ਕਈਆਂ ਦਾ ਤਾਂ ਬੋਲਣਾ ਚੱਲਣਾ ਇਹੋ ਜਿਹਾ ਹੁੰਦਾ ਨਾ। ਉਹ ਕਿਸੇ ਦੇ ਕੋਈ ਮਰ ਗਿਆ ਸੀ, ਉਹ ਬੁੜਾ ਕਹਿਣ ਲੱਗਾ ਮੁੰਡੇ ਨੂੰ, ਬੜੇ ਨੂੰ, ਜਾ ਮਕਾਨ ਦਿਆ। ਕਹਿੰਦਾ ਜੀ ਕਿਵੇਂ? ਕਹਿੰਦੇ ਜਿਵੇਂ ਲੋਕ ਹੋਣਗੇ ਤੂੰ ਕਰੇ। ਉਹ ਜਿਹੜੇ ਇੱਥੇ ਆਇਆ ਤੋ ਕੱਪੜਾ ਜਿਹਾ ਵਿਛਾਇਆ ਹੁੰਦਾ ਨਾ ਮਰਨੇ ਧਰਨੇ ਵਾਲਿਆਂ ਨੂੰ, ਉਹ ਬੈਠੇ ਸੀ, ਚੁੱਪ-ਚਾਪ ਬੈਠੇ ਸੀ। ਉਹ ਵੀ ਬਹਿ ਬੂ ਕੇ ਆ ਗਿਆ। ਉਹ ਜਿਹੜੇ ਆਇਆ ਬੁੜਾ ਪੁੱਛਦਾ ਸੁਣਾ ਤੇ ਅਫਸੋਸ ਕਰਿਆ ਮਕਾਨੇ ਜਾ ਆਇਆ? ਕਹਿੰਦੇ ਹਾਂ। ਕੀ ਕਰਕੇ ਆਇਆ? ਕਹਿੰਦੇ ਜੀ ਉੱਥੇ ਉਹ ਵੀ ਚੁੱਪ ਬੈਠੇ ਸੀ, ਮੈਂ ਵੀ ਚੁੱਪ ਬੈਠਾ ਰਿਹਾ। ਕਹਿੰਦੇ ਉਹ ਤੂੰ ਮਾੜਾ ਮੋਟਾ ਤੋਂ ਕੋਈ ਗੱਲ ਕਰਦਾ? ਕਹਿੰਦੇ ਅੱਛਾ ਚਲੋ। ਹੁਣ ਦੂਏ ਮੁੰਡੇ ਨੂੰ ਕਹਿੰਦਾ ਵੀ ਤੂੰ ਪਰਚਾਉਣੀ ਕਰਿਆ? ਉਹ ਕਹਿੰਦਾ ਜੀ ਮੈਂ ਕਿਵੇਂ ਕਹਾਂ? ਕਹਿੰਦੇ ਜਿਵੇਂ ਲੋਕ ਕਹਿੰਦੇ ਹੋਣਗੇ। ਉਹ ਜੱਲੇ ਗਿਆ ਤਾਂ ਮੋਹਰੇ ਕਿਤੇ ਉਹਨਾਂ ਦੇ ਬੈਰੀ ਖੜੇ ਸੀ। ਉਹ ਕਹਿੰਦੇ ਚੰਗਾ ਹੋਇਆ ਮਰ ਗਿਆ, ਬੁਲਾ ਲਿਆ। ਇਹ ਵੀ ਜਾ ਕੇ ਅਕਲ ਦਾ ਤਾਂ ਉਹਨਾਂ ਗਏ ਸੀ। ਹਾਂਜੀ, ਉਹ ਜਾ ਕਹਿੰਦਾ ਚੰਗਾ ਹੋਇਆ ਮਰ ਗਿਆ। ਉਹਨੇ ਫੜ ਕੇ ਕੁੱਟਿਆ ਚੰਗਾ ਕਿ ਸਾਡਾ ਨੌਜਵਾਨ ਪੁੱਤ ਮਰ ਗਿਆ ਤੇ ਤੂੰ ਕਹਿਣਾ ਚੰਗਾ ਹੋਇਆ, ਕਿਉਂਕਿ ਤੂੰ ਮਕਾਨ ਦੇਣਾ ਕਿ ਸਾਡੇ ਜਾਗਮਾਂ ਦੇ ਲੂਣ ਛਿੜਕਣ ਵਾਸਤੇ ਆ। ਉਹ ਕੁੱਟ ਕੱਟ ਖਾ ਕੇ ਤੇ ਆ ਗਿਆ। ਬੁੜਾ ਕਹਿੰਦਾ ਸੁਣਾ ਜਾਇਆ? ਅਗੇ ਹਾਂ ਮਹਾਰਾਜ ਜਾਣ। ਤੇ ਚੰਗਾ ਤੂੰ ਭੇਜਿਆ, ਮੈਨੂੰ ਤਾਂ ਕੁੱਟ ਬੜੀ ਪਈ। ਕਹਿੰਦੇ ਕਿਉਂ? ਕਹਿੰਦੇ ਤੂੰ ਕਿਹਾ ਸੀ ਜਿਵੇਂ ਲੋਕ ਕਹਿੰਦੇ ਮੈਂ ਕਹਦੀ, ਮੈਂ ਉਵੇਂ ਕਿਹਾ, ਉਹਨੇ ਮੈਨੂੰ ਕੁੱਟਿਆ। ਕਹਿੰਦੇ ਅੱਛਾ ਵੀ ਤੁਸੀਂ ਤਾਂ ਦੋ ਇਹੋ ਜਿਹੇ ਕੰਮ ਕਰੇ, ਹੁਣ ਮੈਂ ਜਾਣਾ। ਉਹ ਬੁੜਾ ਆ ਗਿਆ। ਉਹ ਕਹਿੰਦਾ ਜੀ ਪਹਿਲਾਂ ਮੇਰਾ ਮੁੰਡਾ ਆਇਆ ਸੀ, ਉਹ ਚੁੱਪ ਗੁੜਪ ਹੋ ਕੇ ਚਲਾ ਗਿਆ, ਦੁਆ ਐਵੇਂ ਕਰ ਗਿਆ। ਹੁਣ ਗਾਹਾਂ ਤੁਹਾਡਾ ਕੋਈ ਮਰੂਗਾ ਤਾਂ ਮੈਂ ਆਪ ਆਊਂਗਾ। ਉਹ ਕਹਿੰਦੇ ਇੱਕ ਨੂੰ ਕਹਿਣਾ ਇਹਦਾ ਬੂਟਾ ਹੀ ਝੋਲੇ ਦਾ ਮਾਰਿਆ। ਕਈਆਂ ਦਾ ਬੋਲਣਾ ਇਹੋ ਜਿਹਾ ਹੀ ਹੁੰਦਾ। ਤਾਂ ਹੀ ਮਹਾਰਾਜ ਕਹਿੰਦੇ ਸਗਲ ਬੋਲਣ ਕੇ ਮਾਹੇ ਵਿਚਾਰ।
ਅਸੰਖ ਮੂਰਖ ਅੰਧ ਘੋਰ ਕਹੈ, ਅਸੰਖ ਗਲ ਵੱਡ ਹੱਤਿਆ ਕਮਾਏ ਕਹੇ। ਇਹੋ ਜਿਹੀ ਗੱਲ ਕਰਦੇ। ਸੋ ਇਸ ਵਾਸਤੇ ਕਿ ਮਹਾਰਾਜ ਤੁਸੀਂ ਸਮੱਤ ਬਖਸ਼ੋ, ਸਾਨੂੰ ਬੋਲਣ ਚੱਲਣ ਦੀ ਵੀ ਸੋਝੀ ਨਹੀਂ ਹੈ। ਮੈਂ ਕਹਿਆ ਸਭ ਹੁਕਮਾਓ ਜੀਓ। ਪਾਤਸ਼ਾਹ ਕਹਿੰਦੇ ਆ ਕਿ ਅਸੀਂ ਆਪਣੇ ਵੱਲੋਂ ਨਹੀਂ ਕੁਝ ਕਹਿ ਰਹੇ, ਜੋ ਤੋਂ ਹੁਕਮ ਆ ਰਿਹਾ ਉਹ ਕਹਿ ਰਹੇ। ਇਹ ਜਿਹੜੀ ਬਾਣੀ ਹੈ ਇਹ ਨਹੀਂ ਪਈ ਐਵੇਂ ਜੋ ਹੁਕਮ ਹੈ। ਹੁਣ ਉਸ ਵੇਲੇ ਮਾਰੇ ਪੰਜਵੇਂ ਪਾਤਸ਼ਾਹ ਨੂੰ ਕਹਿੰਦੇ ਸੀ ਨਾ ਜੀ, ਕੁਝ ਸ਼ਿਕਾਇਤਾਂ ਜਿਹੜੇ ਕੀਤੀਆਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੈਗੰਬਰ ਦੀ ਉਸਤਤ ਲਿਖ ਦਿਓ, ਜਹਾਂਗੀਰ ਦਾ ਲਿਖ ਦਿਓ ਵੀ ਇਹਦਾ ਰਾਜ ਬਹੁਤ ਧਰਮ ਦਾ ਅਨਿਆਂ ਦਾ, ਇਹਦਾ ਕੋਈ ਸਜ਼ਾ ਸੋਜਾ ਨਹੀਂ ਤੁਹਾਨੂੰ। ਮਹਾਰਾਜ ਕਹਿੰਦੇ ਵੀ ਬਾਣੀ ਜਿਹੜੀ ਹੈ ਇਹ ਤਾਂ ਜੋ ਦਰਗਾਹ ਤੋਂ ਆਉਂਦੀ ਉਹ ਅਸੀਂ ਲਿਖ ਰਹੇ ਹਾਂ, ਇਹਦੇ 'ਚ ਨਾ ਕੋਈ ਅੱਖਰ ਅਸੀਂ ਵਧਾ ਸਕਦੇ ਹਾਂ ਨਾ ਘਟਾ ਸਕਦੇ ਹਾਂ। ਇਹਦੇ ਵਿੱਚ ਤਾਂ ਇੱਕੋ ਇੱਕ ਅਕਾਲ ਪੁਰਖ ਦੀ ਉਸਤਤ ਹੈ, ਇਹ 'ਚ ਕੋਈ ਬੰਦਿਆਂ ਵਾਲੀ ਗੱਲ ਨਹੀਂ, ਇਹ ਉਸਤਤ ਨਹੀਂ। ਸੋ ਇਸ ਵਾਸਤੇ ਹੁੰਦੇ ਹਲੋ ਉਸ ਵੇਲੇ ਵੀ ਮਹਾਰਾਜ ਨੂੰ ਇਹੋ ਜਿਹੀ ਪ੍ਰੇਰਨਾ ਦਿੰਦੇ ਰਹੇ, ਤੁਸੀਂ ਜੀ ਪੈਗੰਬਰ ਸਾਹਿਬ ਦੀ ਵਡਿਆਈ ਲਿਖ ਦਿਓ, ਜਹਾਂਗੀਰ ਦੀ ਲਿਖ ਦਿਓ, ਤਾਂ ਬਹੁਤ ਚੰਗਾ ਰਾਜਾ, ਬਹੁਤ ਨਿਆਂਕਾਰੀ, ਬੜਾ ਇਨਸਾਫ ਪਸੰਦ ਹੈ, ਸਾਰੀ ਪ੍ਰਜਾ ਬੜੀ ਸੁਖ ਆਨੰਦ ਵਿੱਚ ਰਹਿ ਰਹੀ ਹੈ। ਮਹਾਰਾਜ ਕਹਿੰਦੇ ਪਈ ਇਹ ਕਿਵੇਂ ਲਿਖ ਦਈਏ, ਇਹ ਕਿਤੇ ਜਹਾਂਗੀਰ ਦਾ ਕੋਈ ਜੀਵਨ ਥੋੜ੍ਹੀ ਲਿਖ ਰਹੇ ਹਾਂ ਜਾਂ ਕੋਈ ਪੈਗੰਬਰ ਦਾ ਜੀਵਨ ਲਿਖ ਰਹੇ ਹਾਂ। ਅਸੀਂ ਤਾਂ ਜੋ ਅਕਾਲ ਪੁਰਖ ਦੀ ਬਾਣੀ ਹੈ, ਤੁਰਕੀ ਬਾਣੀ ਆਈ ਤੈਨੂੰ ਸਗਲੀ ਚਿੰਤ ਮਟਾਈ, ਜੇ ਅਸੀਂ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬੇਲਲ। ਆਪੋ ਬੋਲਣਾ ਨਹੀਂ ਕਹਿੰਦੇ, ਅਸੀਂ ਆਪਣੇ ਆਪ ਤਾਂ ਬੋਲਣਾ ਨਹੀਂ ਜਾਣਦੇ, ਜੋ ਮਹਾਰਾਜ ਬੁਲਾਉਂਦੇ ਉਹ ਬੋਲਦੇ। ਮੈਂ ਕਹਿਆ ਸਭ ਹੁਕਮ ਆਓ। ਕਿ ਆਮ ਦੁਨੀਆ ਦਾ ਤਾਂ ਇਹੋ ਜਿਹਾ ਹੁੰਦਾ ਨਾ ਜਿਵੇਂ ਕਹਾਣੀ ਸੁਣਾਈ, ਅਤੇ ਮਹਾਰਾਜ ਦੇਖੋ ਨਿਮਰਤਾ ਕਿੰਨੀ, ਹਾਲਾਂਕਿ ਆਪ ਸਭ ਕੁਝ ਜੀ, ਫਿਰ ਵੀ ਕਹਿੰਦੇ ਮੈਂ ਆਪਣੇ ਆਪ ਤਾਂ ਬੋਲਣਾ ਨਹੀਂ ਜਾਣਦਾ, ਜੋ ਗੁਰੂ ਮਹਾਰਾਜ ਦਾ ਹੁਕਮ ਹੈ ਉਹ ਤੁਹਾਨੂੰ ਮੈਂ ਸੁਣਾ ਰਿਹਾ ਹਾਂ। ਹਰ ਭਗਤ ਖਜ਼ਾਨਾ ਬਖਸ਼ਿਆ। ਉਹ ਨਿਰੰਕਾਰ ਨੇ ਕਿਰਪਾ ਕੀਤੀ, ਸਾਨੂੰ ਪ੍ਰੇਮਾ ਭਗਤੀ ਦਾ ਖਜ਼ਾਨਾ ਬਖਸ਼ਿਆ। ਖਜ਼ਾਨੇ ਦੂਏ ਵੀ ਹਨ, ਹੁਣ ਤੱਕ ਇਹ ਵੀ ਆਇਆ ਹੁੰਦਾ, ਇੱਕ ਤਾਂ ਲੋਕਡਾਊਨ ਜਿਹਾ ਹੋਇਆ, ਇੱਕ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਚਲਾ ਰਹੀਆਂ। ਕਹਿੰਦੇ ਖਜ਼ਾਨਾ ਤਾਂ ਹੁਣ ਮੁੱਕਣ ਦੇ ਕਿਨਾਰੇ ਹੀ ਹੈ। ਗੱਜ ਕੇ ਬੋਲੋ ਸਤਿਨਾਮ ਸ੍ਰੀ ਖਜ਼ਾਨਾ। ਪਰ ਇਸ ਵਾਸਤੇ ਭਗਤ ਖਜ਼ਾਨਾ, ਸਾਨੂੰ ਤਾਂ ਭਗਤੀ ਦਾ ਨਾਮ ਬਾਣੀ ਦਾ ਖਜ਼ਾਨਾ ਮਹਾਰਾਜ ਨੇ ਬਖਸ਼ਿਆ। ਇਹਦਾ ਮੁੱਕਦਾ ਹੀ ਨਹੀਂ, ਇਹ ਤਾਂ ਦਰਿਆ ਆ ਨਾ, ਪਾਣੀ ਕੱਢੀ ਜਾਓ ਉਨਾ ਹੀ ਪ੍ਰਵਾਹ ਹੋ ਰਿਹਾ ਜਾਂਦਾ, ਕੁਛ ਉਨਾ ਹੀ ਹੋ ਰਿਹਾ। ਬਾਬਾ ਤਰਲੋਕ ਸਿੰਘ ਮਹਾਂਪੁਰਖ ਹੁੰਦੇ, ਖਵਾਜਾਗੜ੍ਹ ਪਿੰਡ ਫਿਰੋਜ਼ਪੁਰ ਜ਼ਿਲ੍ਹੇ 'ਚ, ਥਾਣੇ ਘੱਲ ਦੇ ਨੇੜੇ। ਉਹ ਮਹਾਂਪੁਰਖ ਨੂੰ 2 ਚਾਂਦੀ ਦੇ ਰੁਪਏ ਹੁੰਦੇ ਸੀ, ਐਵੇਂ ਮੁੱਠ ਸਿੱਟ ਦਿੱਤੇ, ਕਹਿੰਦੇ ਲੈ ਵੀ ਗਿਣ। ਉਹ ਗਿਣੇ, ਮਹਾਰਾਜ ਕੀ ਹੈ, ਇਹ ਗਿਣ ਲਈ, ਇਹ ਮਹਾਰਾਜ 27 ਹੈ, ਫੇਰ ਗਹਿਣੇ ਮਹਾਰਾਜ ਇੰਨੇ ਆ। ਕਹਿੰਦੇ ਮਹਾਰਾਜ ਇਹ ਕੀ ਗੱਲ ਹੁੰਦੀ, ਕਹਿੰਦੇ ਉਹ ਗੁਰੂ ਨਾਨਕ ਦਾ ਖਜ਼ਾਨਾ ਤੂੰ ਕਿਵੇਂ ਗਿਣੇਗਾ। ਗੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਭਗਤੀ ਦਾ ਖਜ਼ਾਨਾ, ਇਹ ਨਾਮ ਬਾਣੀ ਦਾ ਖਜ਼ਾਨਾ। ਜਦੋਂ ਮਹਾਰਾਜ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਤਿਆਗ ਕਰਨਾ ਸੀ, ਤੇ ਫਿਰ ਆਪਣੇ ਪਿਤਾ ਗੁਰੂਆਂ ਦੇ ਸਥਾਨਾਂ ਦੀ ਸੇਵਾ ਸੰਭਾਲਦੀ ਵੀ ਸੇਵਾ ਲਾਉਣੀ ਸੀ। ਬਾਬਾ ਸੋਭਾ ਸਿੰਘ ਨੂੰ ਕੇਸਗੜ੍ਹ ਦੀ ਸੇਵਾ, ਜਿਹੜੇ ਪੌਂਟਾ ਸਾਹਿਬ ਤੋਂ ਸਿੰਘ ਪੜ੍ਹਨ ਭੇਜੇ ਉਹਨਾਂ 'ਚ ਇੱਕ ਉਹ ਵੀ ਹੋਏ, ਮਹਾਰਾਜ ਤੋਂ ਅੰਮ੍ਰਿਤ ਛਕਿਆ ਇਹਨਾਂ ਨੂੰ ਕੇਸਗੜ੍ਹ ਸਾਹਿਬ, ਅਤੇ ਬਾਬਾ ਗੁਰਬਖਸ਼ ਉਦਾਸੀ ਮਹਾਂਪੁਰਖ ਸੀ, ਇਹਨਾਂ ਨੂੰ ਸੀਸ ਖਾਂਦੇ। ਉਹ ਕਹਿੰਦੇ ਮਹਾਰਾਜ ਹੁਣ ਪਤਾ ਨਹੀਂ ਕਿਵੇਂ ਬੀਤਣੀ ਹੈ, ਕਿਸ ਤਰ੍ਹਾਂ ਗੁਜ਼ਾਰਾ ਚੱਲੇਗਾ। ਮਹਾਰਾਜ ਕਹਿੰਦੇ ਰੋਜ਼ ਤਾਂ ਅਰਦਾਸ ਪੜ੍ਹਦੇ ਹਾਂ, ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਭਾਜੀ, ਉੱਥੇ ਝਾੜੂ ਫੇਰਿਆ ਕਰੀ ਤੈਨੂੰ ਮੋਹਰ ਮਿਲ ਜਾਵੇ। ਇਵੇਂ ਕਿਵੇਂ ਹੋਣਾ। ਇਹ ਕਹਿੰਦਾ ਮੇਰਾ ਤਾਂ ਕੰਮ ਚੱਲੀ ਜਾਂਦਾ,
ਆਈ ਸੰਗਤ ਲਈ ਵੀ ਲੰਗਰ ਪਾਣੀ ਚਾਹੀਦਾ, ਅਸਥਾਨ ਦੀ ਵੀ ਸੇਵਾ ਦਾ ਉਵੇਂ ਹੋ ਜਾਣਾ। ਫਿਰ ਉਹ ਜਿਲੇ ਮਹਾਰਾਜ ਕਹਿੰਦੇ ਐਵੇਂ ਨਾ ਮੰਗੀ ਜਾਇਆ ਕਰ, ਤੇ ਸਰਾਣਾ ਚੁੱਕ ਲਿਆ ਕਰੀ, ਜਿੰਨੀ ਲੋੜ ਹੈ ਵਰਤ ਲਿਆ ਕਰੀ। ਹਰ ਭਗਤ ਖਜ਼ਾਨਾ ਬਖਸ਼ਿਆ, ਜਿਹੜੇ ਭਗਤੀ ਕਰਦੇ ਆ ਉਹਨਾਂ ਨੂੰ ਮਹਾਰਾਜ ਇਹ ਬਰਕਤ ਰੂਪੀ ਖਜ਼ਾਨਾ ਬਖਸ਼ਿਸ਼ ਕਰ ਦਿੰਦੇ ਹਨ। ਗੁਰ ਨਾਨਕ ਕੀਆ ਪਸਾਓ ਜੀਓ, ਇਹ ਗੁਰੂ ਨਾਨਕ ਸਾਹਿਬ ਨੇ ਪਸਾਓ ਬਖਸ਼ਿਸ਼ ਦਾ ਖਜ਼ਾਨਾ ਦੇ ਦਿੱਤਾ। ਮਹਾਰਾਜ ਰਣਜੀਤ ਸਿੰਘ ਉਹ ਜੰਗ ਸਗਾਨਾ ਤੇ ਮਾਇਆ ਦੀ ਕੋਈ ਤੋਟ ਆ ਹੋਈ। ਹੁਣ ਫੌਜੀ ਸੇਵਾ ਤਾਂ ਹੀ ਕਰਨਗੇ, ਸ਼ਸਤਰ ਵਸਤਰ ਵੀ ਮਿਲਣੇ ਚਾਹੀਦੇ, ਖਰਚਾ ਪਾਣੀ ਵੀ ਮਿਲਣਾ ਚਾਹੀਦਾ। ਕੋਈ ਕਿੱਲਤ ਆ ਗਈ, ਅਰਦਾਸ ਕੀਤੀ, ਉਹ ਹਥਣੀ ਜੀ ਖੁੱਭ ਗਈ। ਉਹ ਜਿਹੜੇ ਕੱਢਣ ਲੱਗੇ ਵਿੱਚੋਂ ਮੋਹਰਾਂ ਦੀਆਂ ਗਾਗਰਾਂ ਵੀ ਨਿਕਲੀਆਂ ਨਾਲ, ਬੜਾ ਖੁਸ਼ ਹੋਏ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੀ ਲੀਲਾ ਨਿਹਾਰੀ, ਜਿੱਤ ਵੀ ਬਖਸ਼ ਦਿੱਤੀ, ਖਜ਼ਾਨੇ ਵੀ ਬਖਸ਼ ਦਿੱਤੇ। ਕਿਉਂ ਮਹਾਰਾਜ ਜੀ ਅਸਚਰਜੀ ਗੱਲਾਂ, ਅਸਚਰਜੀ ਕਹਿਲਾਂ ਹੈਗੀਆਂ। ਇਸ ਵਾਸਤੇ ਹੁਣ ਬਿਸ਼ੰਬਰ ਦਾਸ ਆਇਆ ਸੀ ਨਾ ਆਨੰਦਪੁਰ, ਤੇ ਉਹਦਾ ਪੁੱਤ ਹਰਗੋਪਾਲ ਉਹਨੂੰ ਭੇਜਿਆ ਉਜੈਨ ਵਾਲੇ ਨੂੰ, ਤੇ ਮਹਾਰਾਜ ਨੇ ਪ੍ਰਸ਼ਾਦ ਦੇ ਦਿੱਤਾ, ਇੱਕ ਕੜਾ ਦੇ ਦਿੱਤਾ ਬਖਸ਼ਿਸ਼। ਉਹਨੂੰ 500 ਰੁਪਇਆ ਮੱਥਾ ਟੇਕਿਆ, ਮਨ 'ਚ ਹੋਇਆ ਲੈ ਗੁਰੂ ਨੇ ਕੀ ਦਿੱਤਾ, ਅਸੀਂ ਤਾਂ ਬਰਾਗੀਆਂ ਦੇ ਚੇਲੇ ਸੀ। 500 ਰੁਪਇਆ ਵਿਆਜੂ ਲਾਉਂਦਾ, ਕਾਰੋਬਾਰ ਕਿੰਨਾ ਵੱਧਦਾ। ਇੱਕ ਲੋਹੇ ਦਾ ਕੜਾ ਜਿਹਾ ਦੇ ਦਿੱਤਾ, ਇੱਕ ਥੋੜਾ ਜਿਹਾ ਪ੍ਰਸ਼ਾਦ ਦੇ ਦਿੱਤਾ। ਜਿਲੇ ਆ ਚਮਕੌਰ ਉੱਥੇ ਪੜਾ ਕੀਤਾ, ਧਿਆਨ ਸਿੰਘ ਮਾਜਰੀਆ ਉਹ ਕਹਿੰਦਾ ਗੁਰਮੁਖਾ ਬੜਾ ਉਦਾਸ ਸੀ। ਕਹਿੰਦੇ ਆਹ ਗੱਲ ਉਹ ਜਿਹੜੀ ਗੱਲ 'ਚ ਹੋਵੇ ਟਿਕਦੀ ਨਹੀਂ, ਛੇਤੀ ਉਬਲਣ ਲੱਗ ਪੈਂਦਾ ਹੋਸ਼ਾ ਬੰਦਾ। ਉਹ ਦੇਲੇ ਹੋਇਆ, ਕਹਿੰਦੇ ਅੱਛਾ ਹੁਣ ਕਹਿੰਦਾ ਨਿਸ਼ਾਰਦਕ ਹੋ ਗਿਆ। ਕਹਿੰਦੇ ਅੱਲਾ 500 ਆ ਕੜਾ ਪ੍ਰਸ਼ਾਦ ਦੇ ਦੇ, ਸਰੂਪਾ ਦੇ ਦੇ। ਉਹ ਚਲੇ ਗਿਆ, ਜਿਹੜੇ ਪੇਕ ਹੋ ਗਿਆ, ਕਹਿੰਦਾ ਉਹ ਇਹ ਕੀ ਕਰਿਆ ਆ ਬਖਸ਼ਿਸ਼ ਉੱਥੇ। ਉਹ ਜਿਹੜੇ ਹਲ ਪਾਉਣ ਲੱਗਾ ਤੇ ਵਿੱਚੋਂ ਮੋਹਰਾਂ ਦੀ ਦੇਗ ਮਿਲੀ ਧਿਆਨ ਸਿੰਘ ਨੂੰ, ਤੇ ਪਿਓ ਨੇ ਫਿਰ ਝਾੜ ਝੂੜ ਪਾਈ ਕਿ ਤੂੰ ਇਹ ਬੇਮੁਖ ਹੋ ਗਿਆ। ਲੈ ਕੇ ਆਇਆ ਧਿਆਨ ਸਿੰਘ, ਕਹਿੰਦਾ ਮਹਾਰਾਜ ਦੀ ਬਖਸ਼ਾਂ ਆਈਆਂ ਤੇ ਸਾਰੇ ਭੰਡਾਰੇ ਮਿਲ ਗਏ। ਉਹ ਕਹਿੰਦੇ ਵੀ ਹੁਣ ਤਾਂ ਗੁਰੂ ਮਹਾਰਾਜ ਕੋਲ ਜਾ ਕੇ ਹੋਊਗਾ ਫੈਸਲਾ। ਉਹਨੂੰ ਨਾਲ ਲਿਆਏ ਉੱਥੇ, ਫਿਰ ਉਹ ਮਾਫੀ ਮੰਗੀ ਤੇ ਫਿਰ ਉਹ ਪ੍ਰਸ਼ਾਦ। ਉਹ ਧਿਆਨ ਸਿੰਘ ਐਡਾ ਨਿਸ਼ਕਾਮ, ਕਹਿੰਦਾ ਮਹਾਰਾਜ ਇਹ ਖਜ਼ਾਨਾ ਤੁਹਾਡਾ, ਤੁਸੀਂ ਲਾਓ ਲੰਗਰ 'ਚ। ਪਰ ਜਿਨ੍ਹਾਂ ਦਾ ਸਿਦਕ ਹੈ, ਭਰੋਸਾ ਹੈ, ਵਿਸ਼ਵਾਸ ਹੈ, ਅੱਜ ਸਾਡਾ ਸਿਦਕ ਟੁੱਟ ਗਿਆ ਹੈ, ਗੁਰਸਿੱਖੀ ਵੱਲੋਂ ਪਤਿਤ ਹੋ ਗਏ। ਧੜਾ ਰੂਮਾਂ ਦੀ ਬੇਅਦਬੀ ਕਰ ਰਹੇ हैं, ਨਸ਼ਿਆਂ ਪੱਤਿਆਂ ਫੈਸ਼ਨਾਂ 'ਚ ਗਰਕ ਰਹੇ हैं। ਗੁਰੂ ਤੋਂ ਸਿਦਕ ਚਲੇ ਗਏ। 4 ਜਣੇ ਉੱਠਦੇ, ਉਹ ਆਪਣਾ ਟੋਲਾ ਨਵਾਂ ਖੜਾ ਕਰ ਲੈਂਦੇ, ਉਹ ਆਪੋ ਆਪਣਾ ਪੰਥ ਬਣਾ ਕੇ ਬਹਿ ਗਿਆ। ਸੰਸਾਰ ਪੰਥ ਤੇ ਗੁਰੂ ਦਾ ਹੈ, ਮਨੁੱਖਾਂ ਦਾ ਥੋੜ੍ਹੀ ਹੈ, ਇਹ ਤਾਂ ਮਹਾਰਾਜ ਦਾ। ਸੋ ਇਸ ਵਾਸਤੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਮੈਂ ਬਹੁੜ ਨਾ ਤ੍ਰਿਸ਼ਨਾ ਭੁੱਖੜੀ, ਹੁਣ ਤੁਸੀਂ ਐਸਾ ਖਜ਼ਾਨਾ ਦੇ ਦਿੱਤਾ, ਬਹੁੜ ਪੁਨਾ ਮੁੜ ਕੇ ਕਦੀ ਭੁੱਖ ਵਿਆਪਦੀ ਨਹੀਂ। ਸੰਤੋਖ ਸਬਰੇ ਇੰਨਾ ਮਹਾਰਾਜ ਨੇ ਦੇ ਦਿੱਤਾ ਹੈ। ਆਓ ਰੱਜਾ ਤ੍ਰਿਪਤ ਅਘਾਏ ਜੀਓ, ਹੁਣ ਤਾਂ ਰੱਜ ਗਏ, ਤ੍ਰਿਪਤ ਹੋ ਗਏ, ਅਘਾਏ ਪੂਰਨ ਤੌਰ ਤੇ ਰੱਜ ਗਏ ਹਾਂ। ਜੋ ਗੁਰ ਦੀਸੈ ਸਿਖੜਾ, ਇਹ ਮਹਾਰਾਜ ਜਿਹੜਾ ਤੇਰਾ ਸਿੱਖ ਕੋਈ ਸਾਨੂੰ ਨਜ਼ਰ ਆਉਂਦਾ ਨਾ, ਕਿ ਸਿੱਖ ਨੂੰ ਗੁਰੂ ਰੂਪ ਸਮਝਦੇ ਸੀ ਤੇ ਸਿੱਖਾਂ 'ਚ ਵੀ ਬਰਕਤ ਸੀ। ਤੇ ਹੁਣ ਭਾਈ ਦਾੜੀ ਕੇਸ ਤਾਂ ਹੁੰਦੇ ਹੀ ਨਹੀਂ, ਮੂੰਹ 'ਚੋਂ ਸ਼ਰਾਬ ਦੀ ਬੋ ਆਉਂਦੀ ਹੁੰਦੀ ਹੈ ਜਾਂ ਤੰਬਾਕੂ ਦੀ, ਤੇ ਫਿਰ ਕਿਹਨੂੰ ਮਹਾਰਾਜ ਦਾ ਰੂਪ ਸਮਝੀਏ। ਜਾਂ ਬਾਣਾ ਪਾ ਕੇ ਪੁੱਠੇ ਕੰਮ ਕਰਦੇ। ਆਨੰਦਪੁਰ ਉਦਣ ਗਏ ਤੋਂ ਦੱਸਣ
ਬਾਣਾ ਬੜਾ ਪਾਇਆ ਤੇ ਫਿਰ ਉਹ ਫੀਮ 2 ਕਿਲੋ ਮਿਲੀ। ਉਹ ਪੁਲਿਸ ਵਾਲੇ ਕਹਿਣ ਦੱਸੋ ਮਹਾਰਾਜ ਹੁਣ ਕੀ ਕਰੀਏ, ਹੁਣ ਦੱਸੋ ਕੀ ਕਰੀਏ। ਬਾਣੇ ਦਾ ਕਿਵੇਂ ਅਪਮਾਨ ਕਰਦੇ। ਇਹਨਾਂ ਨੂੰ ਮਾਰਨ ਨੇ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕਮੋ ਲੀਨ। ਬਹੁਤਿਆਂ ਨੇ ਤਾਂ ਆਪਣੀ ਬੁਰਾਈ ਨੂੰ ਛੁਪਾਉਣ ਵਾਸਤੇ ਬਾਣੇ ਪਾ ਲਏ, ਪਰ ਜਿਹੜਾ ਬਾਣਾ ਗੁਰੂ ਦਾ ਪਾ ਕੇ ਨਾਲ ਬਾਣੀ ਵੀ ਹੋਣੀ ਚਾਹੀਦੀ ਹੈ। ਬਾਣੇ ਦਾ ਮੁੱਲ ਬਾਣੀ ਨਾਲ ਹੈ। ਜਦੋਂ ਬਾਣੀ ਤਿਆਗ ਦਿੱਤੀ ਤੇ ਅੰਦਰ ਬੁਰਾਈਆਂ ਹੋਣੀਆਂ ਹੀ ਹੋਣੀਆਂ। ਬੁਰਾਈਆਂ ਕਦੋਂ ਆਉਂਦੀਆਂ? ਜਿਹੜੇ ਬਾਣੀ ਛੱਡ ਦਿੱਤੀ। ਬਾਣੀ ਨਾਲ ਹਿਰਦਾ ਸ਼ੁੱਧ ਹੋਣਾ, ਪਵਿੱਤਰਤਾ ਹੋਣੀ। ਤੇ ਜਾਂ ਅਸੀਂ ਬਾਣੇ ਬੜੇ ਪਾ ਲਿਆ, ਜੇ ਸੇਵਾ ਨੂੰ ਕਰੀਏ ਤੇ ਫਿਰ ਤਾਂ ਟੋਕਰੀ ਚੱਕਣ ਨੂੰ ਬੜਾ ਹੁੰਦਾ। ਲੈ ਮੈਂ ਇਸ ਸੋਹਣੇ ਬਾਣਾ ਪਾਇਆ, ਟੋਕਰਾ ਚੱਕਾਂ। ਉਦੋਂ ਹੁਣ ਕਹਿੰਦੇ ਆ ਜਿਹੜੇ ਦੂਲੇ ਖੁੱਲੇ ਆ ਨਾ, ਇਹ ਸੇਵਾ ਤੇ ਇਹਨਾਂ ਦਾ ਕੰਮ ਹੈ, ਆਪਣਾ ਨਹੀਂ। ਆਪਣਾ ਕੰਮ ਨਹੀਂ। ਆਪਣਾ ਤਾਂ ਜਲ ਜਲੋ ਠਾਠਾ ਵਾਗਾ ਦੁਕਾਨ। ਇਹ ਕੋਈ ਫੈਸ਼ਨ ਨਹੀਂ ਹੈਗਾ। ਬਾਣਾ ਫੈਸ਼ਨ ਹੀ ਹੈ, ਬਖਸ਼ਿਸ਼ ਹੈ। ਬਾਣਾ ਪਾ ਕੇ ਤਾਂ ਤਗੜੇ ਹੋ ਕੇ ਸੇਵਾ ਕਰਨੀ। ਸੇਵਾ ਵਾਲਾ ਭਾਵ ਅਸੀਂ ਛੱਡ ਤੁਰੇ ਹਾਂ, ਸਿਮਰਨ ਵਾਲਾ ਛੱਡ ਤੁਰੇ ਹਾਂ, ਏਕਤਾ ਪਿਆਰ ਵਾਲਾ ਛੱਡ ਤੁਰੇ ਹਾਂ। ਇਸ ਵਾਸਤੇ ਗੁਰੂ ਘਰ ਦਾ ਕੋਈ ਆਦਬ ਸਤਿਕਾਰ ਵਾਲੀ ਜਿਹੜੀ ਭਾਵਨਾ ਉਹ ਵੀ ਸਾਡੇ ਮਨਾਂ ਚੋਂ ਤੁਰੀ ਜਾ ਰਹੀ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਤਿਸ ਨੇਵ ਨੇਵ ਲਾਗੋ ਪਾਏ ਜੀਓ। ਕਹਿੰਦੇ ਐਸਾ ਗੁਰਸਿੱਖ ਮਿਲ ਜਾਏ। ਬਾਬਾ ਦੀਪ ਸਿੰਘ ਵਰਗਾ, ਭਾਈ ਮਨੀ ਸਿੰਘ ਵਰਗਾ, ਪੰਜਾਂ ਪਿਆਰਿਆਂ 4 ਸਾਹਿਬਜ਼ਾਦਿਆਂ ਵਰਗਾ, ਭਾਈ ਤਾਰੂ ਸਿੰਘ, ਭਾਈ ਸਵੇਗ ਸਿੰਘ, ਸੁਭਾਸ਼ ਸਿੰਘ ਵਰਗਾ ਇਹੋ ਜਿਹਾ ਸਿੱਖ ਮਿਲ ਜਾਣ, ਫਿਰ ਤਾਂ ਕਹਿੰਦੇ ਨਿਭ ਨਿਭ ਕੇ ਨਿਉ ਨਿਉ ਕੇ ਝੁਕ ਝੁਕ ਕੇ ਉਹਦੇ ਚਰਣੀ ਅਸੀਂ ਲੱਗਦੇ ਹਾਂ। ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ। ਐਸਾ ਗੁਰਸਿੱਖ ਹੁਣ 300 ਸਾਲ ਹੋ ਗਏ ਉਹਨੂੰ, ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਨੂੰ। ਹੁਣ ਹੈਗਾ 2020 1720 ਦੀ ਗੱਲ ਹੈ। ਕਿਰਤ ਕਰਦਾ ਸੀ, ਕਿਰਤ ਆਪ ਖੇਤੀ ਕਰਦਾ ਸੀ। ਹੁਣ ਤਾਂ ਆਪਾਂ ਖੇਤੀ ਕਰਨੀ ਵੀ ਛੱਡੀ ਜਾਂਦੇ ਹਾਂ। ਉਹਨਾਂ ਜੱਟਾਂ ਦੇ ਛੋਕਰਿਆਂ ਨੂੰ ਰੰਬੇ ਦਾਤੀ ਦੇ ਨਾਂ ਹੀ ਭੁੱਲ ਗਏ, ਨਾਂ ਭੁੱਲ ਗਏ। ਹੁਣ ਤਾਂ ਇਹ ਕਿਤਾਬਾਂ 'ਚ ਦੇਖਿਆ ਕਰਨ ਵੀ ਗੁੜ ਕਿਹੜੀ ਚੀਜ਼ ਨਾਲ ਲੱਗਦਾ ਹੁੰਦਾ। ਔਰ ਘਰਾਂ 'ਚ ਪੰਜਾਬੀ ਵੀ ਬੋਲਣੀ ਛੱਡ ਦਿੱਤੀ ਹੈ। ਤੇ ਜੇ ਪੰਜਾਬੀ ਬੋਲਾਂਗੇ ਸਾਡੀ ਹੱਦ ਤੱਕ ਬਹੁਤ ਹੋਊਗੀ। ਜਿਹੜੀ ਮਹਾਰਾਜ ਨੇ ਬੋਲੀ ਗੁਰਮੁਖੀ ਬਖਸ਼ਿਸ਼ ਸੀ ਉਹ ਵੀ ਛੱਡੀ ਜਾਂਦੇ ਆ। ਬਸ 1.5 ਸਾਲ ਦਾ ਨਿਆਣਾ ਹੁੰਦਾ ਤੇ ਮਾਈਆਂ ਵੀ ਕਿਹੜਾ ਐਵੇਂ ਨੂੰ ਸਾਂਭਦਾ ਸੂੰਦਾ ਰਹੇਗਾ। ਚਲੋ ਛੱਡੋ, ਸਕੂਲਾਂ ਸਕਾਲਾਂ 'ਚ ਹਾਲੇ ਉਹਦਾ ਦਿਮਾਗ ਵੀ ਨਹੀਂ ਬਣਿਆ ਹੁੰਦਾ। ਅੱਗੇ ਤਾਂ 6 ਸਾਲ ਦਾ ਪੜ੍ਹਨ ਪਾਉਂਦੇ ਸੀ, ਹੁਣ 1.5 ਸਾਲ ਦਾ ਹੀ। ਫਿਰ ਉਹ ਅੰਗਰੇਜ਼ੀ ਦੀ ਗੇਟਮੈਂਟ ਘਰਾਂ 'ਚ ਵੀ ਉਹ ਹੀ, ਆਪਣੀ ਬੋਲੀ ਵੀ ਛੱਡੀ ਜਾਂਦੇ ਆ। ਤੇ ਫਿਰ ਬਾਣੀ ਕਿਵੇਂ ਪੜ੍ਹਨੀ? ਸਾਰਾ ਕੁਝ ਹੀ ਤਿਆਗੀ ਜਾਂਦੇ। ਤੇ ਗੋਰੇ ਦੇ ਹਲੋ ਇੰਨੇ ਹੁਸ਼ਿਆਰ ਆ, ਉਹ ਹਰ ਚੀਜ਼ ਆਪਣੀ ਬੋਲੀ 'ਚ। ਜਿੱਥੇ ਗੋਰਾ ਆ ਗਿਆ ਉਹਨੇ ਆਪਣੀ ਡਰੈਸ ਦਿੱਤੀ, ਆਪਣੀ ਬੋਲੀ ਦਿੱਤੀ, ਆਪਣੀ ਸੱਭਿਅਤਾ ਦਿੱਤੀ। ਤੇ ਅਸੀਂ ਨਕਲੀਏ ਬਹੁਤ ਬਣ ਗਏ, ਦੂਏ ਦੀ ਨਕਲ ਕਰਨ ਵਾਸਤੇ ਬੜੇ ਸ਼ੇਰ ਹੋ ਗਏ। ਤੇ ਜਿਹੜਾ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਉਹ ਸਮਝਦੇ ਵੀ ਇਹ ਤਾਂ ਐਵੇਂ ਫਜ਼ੂਲ ਹੀ ਹੈ। ਆਹ ਜਿਹੜੀ ਚੀਜ਼ ਹੈ ਇਹ ਠੀਕ ਹੈ। ਐਸੇ ਭੁਲੇਖੇ ਦੇ ਵਿੱਚ, ਭਰਮ ਗਲਤੀ ਦੇ ਵਿੱਚ ਫਸੇ ਹੋਏ। ਪਰ ਉਹ ਜਿਹੜਾ ਗੁਰਸਿੱਖ ਸੀਗੇ ਤੇ ਉਹ ਆਪ ਫਲ ਪਾਉਂਦਾ ਸੀ, ਖੇਤੀ ਕਰਦਾ ਸੀ, ਦੋਨੋਂ ਹੀ ਸੀ ਭੈਣ ਭਰਾ। ਪਰ ਜਿਹੜੇ ਦੁਸ਼ਟ ਲੋਕ ਆ ਉਹਨਾਂ ਨੂੰ ਇਹ ਵੀ ਚੰਗਾ ਨਹੀਂ ਲੱਗਦਾ। ਆਏ ਗਏ ਨੂੰ ਲੰਗਰ ਪਾਣੀ ਛਕਾਉਂਦੇ ਸੀ। ਇਹ ਤਾਰੂ ਸਿੰਘ ਜਿਹੜਾ ਜੀ ਇਹ ਸਿੱਖਾਂ ਨੂੰ ਪਨਾਹ ਦਿੰਦਾ ਤੇ ਉਧਰ ਉਹਨੇ ਤਹਈਆ ਕੀਤਾ ਸੀ ਕਿ ਸਿੱਖਾਂ ਦਾ ਬੀਜ ਨਾਸ ਕਰਨਾ। ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ। ਭਾਈ ਤਾਰੂ ਸਿੰਘ ਨੂੰ ਕੋਈ ਚੋਰੀ ਨਹੀਂ, ਜਾਰੀ ਨਹੀਂ, ਬਦਮਾਸ਼ੀ ਨਹੀਂ, ਕੋਈ ਐਬ ਨਹੀਂ, ਕੋਈ ਪਾਪ ਨਹੀਂ। ਇਸ ਗੱਲ ਵਿੱਚ
ਇਹਨਾਂ ਨੇ ਪਕੜਾਇਆ ਕਿ ਸਿੱਖਾਂ ਨੂੰ ਪਨਾਹ ਦਿੰਦਾ ਲੰਗਰ ਛਕਾਉਂਦਾ, ਕਿ ਹੁਣ ਲੰਗਰ ਛਕਾਉਣਾ ਵੀ ਕੋਈ ਪਾਪ ਹੈ। ਪਰ ਉਹਨਾਂ ਨੂੰ ਪਾਪ ਦੀ ਦੱਸ ਗ੍ਰਿਫਤਾਰ ਕਰ ਲਿਆ। ਕਹਿੰਦੇ ਤੂੰ ਲੰਗਰ ਛਕਾਉਣਾ? ਕਹਿੰਦੇ ਲੰਗਰ ਤਾਂ ਸਰਬੱਤ ਦਾ ਹੈ, ਜਿਹੜਾ ਵੀ ਆਉਂਦਾ ਛਕ ਰਿਹਾ, ਕਦੀ ਰੋਕਿਆ ਹੀ ਨਹੀਂ। ਜਿਹੜਾ ਵੀ ਆਉਂਦਾ, ਸਾਨੂੰ ਗੁਰੂ ਦਾ ਹੁਕਮ ਹੈ, ਦੇਗ ਤੇ ਜਗ ਮੰਦੂਕ ਚੱਲਿਆ, ਉਹ ਵੀ ਕਿਰਤ ਕਰਕੇ ਕੋਈ ਗਰਾਹੀ ਨਹੀਂ ਕਰਦਾ। ਫਿਰ ਸਰਕਾਰ ਦਾ ਮੈਂ ਮਾਮਲਾ ਵੀ ਭਰ ਰਿਹਾ, ਜਿਹੜਾ ਜ਼ਮੀਨ ਦਾ ਹਾਲੀਆ ਉਹ ਵੀ ਦੇ ਰਿਹਾ। ਪਰ ਹੁਣ ਜਦੋਂ ਉਹ ਕਹਿੰਦੇ ਨਾ ਨਦੀ ਕਿਨਾਰੇ ਉਹ ਬੱਕਰੀ ਸੀ, ਉੱਧਰ ਸ਼ੇਰ ਆ ਗਿਆ, ਉਹ ਵਿਚਾਰੇ ਡਰੇ, ਅਗੇ ਮੈਂ ਪਾਣੀ ਪੀਣਾ। ਕਹੇ ਮੀਆਂ ਜੀ ਪੀ ਲਓ। ਕਹਿੰਦੇ ਨਹੀਂ, ਤੇਰਾ ਪਰਛਾਵਾਂ ਪਾਣੀ 'ਚ ਪੈਂਦਾ। ਉਹ ਕਹਿੰਦੇ ਪਿੱਛੇ ਹਟ ਜਾਂਦੇ। ਫਿਰ ਆਖੇ ਨਹੀਂ, ਤੇਰੀਆਂ ਲਾਲਾਂ ਪੈ ਰਹੀਆਂ। ਕਹਿੰਦੇ ਮੀਆਂ ਜੀ ਗੱਲ ਤਾਂ ਕੋਈ ਨਹੀਂ, ਨਾ ਲਾਲਾਂ ਦੀ ਗੱਲ ਹੈ ਨਾ ਛਾਂ ਦੀ ਗੱਲ ਹੈ, ਗੱਲ ਕੀ ਤੁਸੀਂ ਮੈਨੂੰ ਖਾਣਾ ਚਾਹੁੰਦੇ ਹੋ। ਤੇ ਜਦੋਂ ਇਹ ਬਘਿਆੜਾਂ ਦੀ ਬਿਰਤੀ ਰਾਜਨੀਤਿਕ ਬੰਦੇ ਧਾਰ ਲੈਣ, ਫਿਰ ਉਹਨਾਂ ਨੂੰ ਭਾਈ ਤਾਰੂ ਸਿੰਘ ਵਰਗੇ ਕਿੱਥੇ ਚੰਗੇ ਲੱਗਦੇ, ਗ੍ਰਿਫਤਾਰ ਕਰ ਲਿਆ। ਤੇ ਇਹ ਇਹਨਾਂ ਦਾ ਵੱਡਾ ਹੁੰਦਾ ਸੀ, ਜਾਂ ਤਾਂ ਇਸਲਾਮ ਕਬੂਲ ਲਾ, ਕਲਮਾ ਨਬੀ ਦਾ ਪੜ੍ਹ ਲਾ, ਕਰਾਮਾਤ ਦਿਖਾ, ਨਹੀਂ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾ। ਉਹ ਕਹਿੰਦੇ ਮਰਨਾ ਤੇ ਇੱਕ ਦਿਨ ਹੈ ਹੀ, ਫਿਰ ਅਧਰਮੀ ਹੋ ਕਿਉਂ ਕੋ ਮਰਨਾ। ਜਾਂ ਤਾਂ ਇਹ ਤੁਹਾਡਾ ਇਸਲਾਮ ਧਰਨਾ, ਮੌਤ ਨਾ ਆਉਂਦੀ ਹੋਵੇ, ਇਹ ਮਰਨ ਤੋਂ ਬਾਅਦ ਭਿਸ਼ਟ ਮਿਲੂਗਾ। ਕਹਿੰਦੇ ਤੁਹਾਡੇ ਕੋਲ ਵੀ ਗਰੰਟੀ ਹੈ, ਅਸੀਂ ਤਾਂ ਜੀਂਦੇ ਸੱਚਖੰਡ ਬੈਠੇ, ਤੁਸੀਂ ਮਰਨ ਦੀਆਂ ਗੱਲਾਂ ਕਰਦੇ ਹੋ। ਜਿਹੜਾ ਗੁਰਸਿੱਖ ਆ ਉਹ ਤਾਂ ਹਰ ਵੇਲੇ ਸੱਚਖੰਡ 'ਚ ਰਹਿੰਦਾ, ਸੱਚਖੰਡ 'ਚ। ਪਰ ਬਣ ਜਾਏ ਗੁਰਸਿੱਖ, ਉਹਨੇ ਆਪਣੇ ਸਰੀਰ ਨੂੰ ਹੀ ਸੱਚਖੰਡ ਬਣਾ ਲਿਆ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਹਾਵਾ, ਏਕ ਸ਼ਬਦ ਮੇਰੇ ਪ੍ਰਾਣ ਵਾਸਤੇ, ਬਹੁੜ ਜਨਮ ਨਾ ਆਵਾ। ਹਰ ਮੰਦਰ ਇਹੋ ਸਰੀਰ ਹੈ, ਜਿੱਥੋਂ ਹਰ ਜਾਤਾ। ਇਹ ਸਰੀਰ ਨੂੰ ਹਰੀ ਦਾ ਮੰਦਰ ਬਣਾ ਲਿਆ। ਬਾਣੀ ਪੜ੍ਹ ਸੇਵਾ ਸਿਮਰਨ ਕਰ, ਇੰਨਾ ਸ਼ੁੱਧ ਪਵਿੱਤਰ। ਸੋ ਸਾਧ ਸੰਗਤ ਜੀ, ਪਰ ਹੁਣ ਗੱਲ ਤੇ ਇਹਨਾਂ ਦੀ ਇਹ ਸੀ, ਉਹ ਸਾਧ ਸੰਗਤ ਜੀ ਫਿਰ ਕਹਿੰਦੇ ਇਹਦੇ ਕੇਸ ਕਤਲ ਕਰੋ। ਕਹਿੰਦੇ ਅਸੀਂ ਤਾਂ ਅਰਦਾਸ ਕਰਦੇ ਸੀ ਕਿ ਕੇਸਾਂ ਸਵਾਸਾਂ ਦੇ ਨਾਲ ਨੇ। ਪਰ ਹੁਣ ਪਕੜਿਆ ਹੋਇਆ ਦੁਸ਼ਟਾਂ ਨੇ, ਤੇ ਕੈਂਚੀ ਨਾਲ ਕੇਸ ਲੱਗੇ ਕਤਲ ਕਰਨ, ਤੇ ਤਾਰਾਂ ਬਣ ਗਏ ਸੋਨੇ ਦੀ, ਕੱਟ ਨਹੀਂ ਸਕੇ। ਅੱਜ ਆ ਧੜਾ ਧੜ ਕਟਾਈ ਜਾਂਦੇ ਵੀ ਹੁਣ ਤਾਂ ਲੋਹੇ ਦੀਆਂ ਵੀ ਨਹੀਂ ਬਣਦੇ। ਕਿਉਂ ਨਹੀਂ ਬਣਦੇ? ਕਿਉਂਕਿ ਤਾਰੂ ਸਿੰਘ ਵਾਲੀ ਰੂਹ ਹੈ ਨਹੀਂ ਵਿੱਚ, ਤਾਰੂ ਸਿੰਘ ਵਾਲਾ ਸਿਦਕ ਹੈ ਨਹੀਂ, ਉਹ ਭਰੋਸਾ ਹੈ ਨਹੀਂ। 21 ਸ੍ਰੀ ਜਪਜੀ ਸਾਹਿਬ ਨਿਤਨੇਮ ਤੋਂ ਅਲੱਗਾ ਪੱਕੇ ਹੀ ਸੀਗੇ, ਵੱਧ ਜਿੰਨੇ ਮਰਜ਼ੀ ਹੋਏ। ਕਿਰਤ ਵੀ ਕਰਨੀ, ਵੰਡ ਵੀ ਛਕਣਾ, ਨਾਮ ਵੀ ਜਪਣਾ। 300 ਸਾਲਾ ਮਨਾਇਆ ਉਹਨਾਂ ਦਾ। ਤੇ ਫਿਰ ਉਹ ਕੋਪਰੀ ਲਹਾ ਲਈ, ਕੇਸਾਂ ਦੀ ਬੇਅਦਬੀ ਨਹੀਂ ਹੋਣ ਦਿੱਤੀ। ਤੇ ਹੁਣ ਤਾਂ ਮੁੰਡੇ ਕੁੜੀਆਂ ਨੇ ਬਸ ਸੁਹਾਗਾ ਬੰਨਿਆ ਹੋਇਆ, ਤੇ ਆਪਾਂ ਤਾਂ ਹੁਣ ਸਿੱਖੀ ਦੇ ਜੜ੍ਹਾਂ ਵੱਢ ਕੇ ਛੱਡਣੀਆਂ, ਰਹਿਣ ਨਹੀਂ ਦੇਣੀਆਂ। ਸਾਡੀ ਸ਼ੇਖ ਚਲੀ ਹਾਲਤ ਬਣੀ ਹੋਣ। ਜਿਹੜੇ ਟਾਣੇ ਦੇ ਸ਼ੇਖ ਚਲੀ ਬੈਠਾ ਸੀ ਨਾ, ਉਹ ਟਾਣਾ ਵੱਢੀ ਜਾਵੇ। ਉਹ ਸਿਆਣਾ ਲੱਗਿਆ, ਉਹ ਤੂੰ ਆ ਟਾਣਾ ਵੱਢਾਂ ਡਿੱਗ ਕੇ ਮਰੇਗਾ, ਧੌਣ ਬਣਾਏਗਾ। ਕਹਿੰਦਾ ਜਾ ਤੇਰੇ ਕਈ ਸਿਆਣੇ ਦੇਖੇ। ਜਦ ਨੂੰ ਫਿਰ ਸਾਧ ਸੰਗਤ ਟਾਣਾ ਵੱਢਿਆ ਤੇ ਡਿੱਗਣਾ ਸੀ, ਧੌਣ ਫੜਨੀ। ਫਿਰ ਮੂਰਖ ਮਗਰ ਭੱਜਾ ਪਿਆ, ਤਾਂ ਅੰਤਰਜਾਮੀ ਆ। ਕਹਿੰਦਾ ਦੱਸੋ ਮੈਂ ਮਰੂੰਗਾ ਕਦੋਂ? ਉਹਨੇ ਕਿਹਾ ਇਹੋ ਜਿਹਾ ਮੂਰਖ ਦਾ ਕਾਹਦਾ ਘੋੜਾ ਲੈ ਕੇ ਮੇਰੇ ਦੁਆਲੇ ਨਾ ਹੋਵੇ। ਉਹ ਕਹਿੰਦੇ 8ਵੇਂ ਦਿਨ ਮਰ ਜੂਗਾ। ਖਹਿੜਾ ਛਡਾਉਣਾ ਸੀ, ਉੱਥੇ ਕਬਰ ਜੇ ਪੁੱਟ ਕੇ ਵਿੱਚ ਬਹਿ ਗਿਆ, ਵਿੱਚ ਲੇਟਿਆ ਤੇ ਹੁੱਕਾ ਪੀਣ ਡਿਆ। ਉਹ ਕਹਿੰਦੇ ਇਹ ਕੀ ਕਰਦਾ ਓਏ? ਹਾਂਜੀ ਆਖੇ ਮੈਂ ਤਾਂ ਮਰਿਆ। ਕਹਿੰਦੇ ਮਰਿਆ ਤੇ ਫਿਰ ਕਹਿੰਦੇ ਹਾਲੇ ਤਾਜ਼ਾ ਮਰਿਆ। ਇਹ ਸਾਡੀ ਹਾਲਤ ਇਸ ਲਈ ਬਣੀ ਹੋਈ। ਇਹ ਜਿਹੜੇ ਦਾੜੀ ਕੇਸ ਹੈ, ਇਹ ਸਿੱਖੀ ਦੀ ਜੜ ਹੈ। ਸੁਣਦੇ ਆ 550 ਸਾਲਾ ਮਨਾ ਲਿਆ। 550 ਸਾਲ 'ਚ ਸਿੱਖੋ ਅਸੀਂ ਦਾੜੀ ਕੇਸਾਂ ਵਾਲੇ ਨਹੀਂ ਬਣ ਸਕੇ। ਅੰਮ੍ਰਿਤ ਛਕਣਾ, ਪੰਜਾਂ ਕਰਨ ਰਹਿਤ ਰੱਖਣੀ, ਵਜਨ ਕਰਨ ਰਹਿਤ ਹੋਣਾ, ਬਾਕੀ ਗੁਰਮਤਿ ਦੇ ਅਸੂਲਾਂ ਨੂੰ ਧਾਰਨਾ, ਉਹ ਤਾਂ ਬਹੁਤ ਦੂਰ ਚਲੇ ਗਿਆ। ਪ੍ਰਚਾਰ ਬੜਾ ਹੋ ਰਿਹਾ, ਕੀਰਤਨ ਸਮਾਗਮ ਬੜੇ ਹੋ ਰਹੇ। ਹੁਣ ਲਾਕਡਾਊਨ ਥੋੜਾ ਜਿਹਾ ਹੈ,
ਕਥਾ ਪੜ੍ਹਨੇ ਸਾਹਿਬ ਤੋਂ ਵੀ ਆਉਂਦੀ ਹੈ, ਦਰਬਾਰ ਸਾਹਿਬ ਤੋਂ ਵੀ ਆਉਂਦੀ ਹੈ, ਦਿੱਲੀ ਤੋਂ ਵੀ ਆਉਂਦੀ ਹੈ, ਮੋਬਾਈਲਾਂ 'ਚ ਵੀ ਕੱਲਾ ਕੱਲਾ ਸੁਣ ਰਿਹਾ, ਨੈੱਟਾਂ 'ਤੇ ਬਹੁਤ ਕੁਛ ਆ। ਅੱਗੇ ਤਾਂ ਹੁੰਦਾ ਸੀ ਕੋਈ ਜਾ ਕੇ ਪ੍ਰਚਾਰ ਕਰੇ, ਹੁਣ ਤਾਂ ਘਰ ਬੈਠਿਆਂ ਜਿੱਥੇ ਦੀ ਮਰਜ਼ੀ ਗੱਲ ਸੁਣ ਲਓ, ਜਿੱਥੇ ਦੀ ਮਰਜ਼ੀ। ਪਰ ਸਾਡੇ 'ਤੇ ਅਸਰ ਹੈ ਕੋਈ ਅਸਰ ਨਹੀਂ। 550 ਸਾਲ ਬੀਤ ਗਿਆ, ਹੁਣ 51ਵਾਂ ਮਨਾਉਣਾ। ਇੰਨਾ ਹੀ ਕਰ ਲਓ, ਦਾੜੀ ਕੇਸੇ ਰੱਖ ਲਓ। ਅੰਮ੍ਰਿਤ ਦੀ ਗੱਲ ਤਾਂ ਚਲੋ ਦੂਰ ਦੀ ਹੈ, ਕੁਝ ਤਾਂ ਕਰੋ। ਬਿਲਕੁਲ ਅਸੀਂ ਆਪਣੀਆਂ ਜੜ੍ਹਾਂ ਆਪੇ ਵੱਢ ਰਹੇ ਹਾਂ। ਹੁਣ ਇਹ ਤਾਂ ਹੈ ਨਹੀਂ ਕਿ ਸੈਂਟਰ ਤੋਂ ਕੋਈ ਨਾਈ ਭੇਜੇ ਆ ਵੀ ਜਾਓ ਇਹਨਾਂ ਦੀ ਹਜਾਮਤ ਕਰਕੇ ਆਓ, ਜਾਂ ਉੱਥੋਂ ਕੋਈ ਪੇਟੀਆਂ ਭੇਜਦਾ ਨਸ਼ੇ ਫੱਕੋ। ਅਸੀਂ ਆਪ ਕਰ ਰਹੇ ਹਾਂ ਪੈਸੇ ਦੇ ਦੇ ਕੇ, ਤੇ ਭਾਂਡਾ ਦੂਏ ਦੇ ਭਾਂਡੇ ਫਲਾਨੀ ਪਾਰਟੀ ਕਰਾਈ ਜਾਂਦੀ, ਫਲਾਨੀ ਕਰਾਈ। ਕਰ ਤਾਂ ਅਸੀਂ ਆਪ ਰਹੇ ਹਾਂ। ਇਹ ਬੰਦਿਆਂ ਵਿੱਚ ਵੀ ਬਿਮਾਰੀ ਪਈ ਆ। ਹੁਣ ਇਹ ਦੇਖ ਦੇਖ ਕੇ ਮਾਈਆਂ ਬੀਬੀਆਂ 'ਚ ਵੀ ਇਹ ਕੁਛ ਆ ਗਿਆ। ਫਿਰ ਆ ਜਦੋਂ ਹੁਣ ਵਿਆਹ ਸ਼ਾਦੀਆਂ ਹੋਣੀਆਂ, ਇਹ ਆ ਜਿਹੜਾ ਬਿਊਟੀ ਪਾਰਲਰ ਵਾਲੇ ਤੁਰੇ ਫਿਰਦੇ ਆ, ਉਹ ਕਹਿੰਦੇ ਬੀਬੀ ਤਿਆਰ ਕਰਦੇ ਆ। ਬੀਬੀ ਨੂੰ ਤਿਆਰ ਕਰਨ ਲੱਗੇ 25-30 ਹਜ਼ਾਰ ਰੁਪਇਆ ਦਿੰਦੇ ਆ, ਭਰਵੱਟੇ ਮੁੰਨਣ ਦਾ, ਰੰਗ ਰੋਗਨ ਦਾ। ਕਹੋਨੇ ਸਿੱਖਿਆ, ਕਿਹਦੇ ਸਿੱਖਿਆ ਅਸੀਂ? ਅਕਲ ਨੂੰ ਹੱਥ ਮਾਰੋ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਕਹਿ ਰਹੀ, ਅਸੀਂ ਕੀ ਕਰ ਕੀ ਰਹੇ ਹਾਂ? ਮਹਾਰਾਜ ਨੇ ਖੂਨ ਡੋਲ ਡੋਲ ਕੇ ਸਿੱਖੀ ਦਾ ਬੂਟਾ ਲਾਇਆ, ਅਸੀਂ ਮੁੱਲ ਕੀ ਪਾਇਆ ਇਹਦਾ? ਇੰਨੇ ਅਕਿਰਤ ਗਣ ਬਣ ਗਏ, ਅਕਿਰਤ ਗਣ। ਉਹ ਕਹਿੰਦੇ ਉਹਨੂੰ ਕਸ਼ਮੀਰ ਦੇ ਵਿੱਚ ਕੋਈ ਗਏ ਤੇ ਉੱਥੇ ਉਹ ਜਵਾਕੜਾ ਜਿਹਾ ਡਿੱਗ ਪਿਆ ਨਦੀ 'ਚ। ਉਹ ਗੋਰੇ ਤਰਨ ਜਾਣਦੇ ਨਾ, ਸਮੁੰਦਰ ਦੇ ਕਿਨਾਰੇ ਰਹਿੰਦੇ, ਹਰੇਕ ਤਰਨਾ ਸਿੱਖਦਾ। ਮਾਰੀ ਛਾਲ ਕੱਢ ਲਿਆ, ਉਹ ਲੈ ਕੇ ਜਵਾਕੜਾ ਤੁਰਦੇ ਹੋਏ। ਕਹਿੰਦੇ ਇਹ ਨਹੀਂ ਮੇਰਾ ਥੈਂਕਸ ਵੀ ਨਹੀਂ ਕੀਤਾ। ਕਹਿੰਦੇ ਤੂੰ ਆ ਨਿਆਣਾ ਤੇਰਾ ਬਚਾਇਆ ਥੈਂਕਸ ਆ, ਤੇ 10ਵਾਂ 9ਵਾਂ ਆ ਸਾਰਾ ਹਿੰਦੁਸਤਾਨ ਬਚਾ ਗਿਆ, ਹੀ ਨਹੀਂ ਉਹਦਾ ਥੈਂਕਸ ਨਹੀਂ ਕੀਤਾ। ਤੂੰ ਥੈਂਕ ਕਿੱਥੋਂ ਭਾਲਣ ਡਿਆ? ਇਹਨਾਂ ਅਕਿਰਤ ਘਣਾ ਤੋਂ ਥੈਂਕ ਭਾਲਣ ਡਿਆ ਤੂੰ? ਇਹਨਾਂ ਅਕਿਰਤ ਘਣਾ ਤੋਂ 5ਵੇਂ ਤਤੀਆਂ ਤਵੀਆਂ ਤੇ ਬੈਠੇ, 9ਵੇਂ ਨੇ ਸ਼ਹੀਦੀ ਦਿੱਤੀ, 10ਵੇਂ ਨੇ ਅੱਜ ਤਾਂ ਸਾਰਾ ਕੁਛ ਹੀ ਭੁੱਲ ਭੁਲਾ ਗਿਆ। ਖਾਲਸੇ ਪੰਥ ਦੀਆਂ ਕੁਰਬਾਨੀਆਂ ਪੜ੍ਹ ਪੜ੍ਹ ਦੇਖ ਲਓ ਕਿਸ ਤਰ੍ਹਾਂ ਉਹਨਾਂ ਲੋਕਾਂ ਨੇ ਘਾਲਣਾ ਘਾਲ ਘਾਲ ਸਾਡੇ ਪਿੱਛੇ ਬੰਦ ਬੰਦ ਕਟਾ ਲਿਆ। ਜਬੂਰਾਂ ਨਾਲ ਮਾਸ ਨਚਾਏ, ਪੁੱਤਾਂ ਦੇ ਕਾਲਜੇ, ਬੀਬੀਆਂ ਨੇ ਕਿਵੇਂ ਸਵਾ ਹੁਣ ਪੀਸਣੇ, ਬੱਚਿਆਂ ਦੀਆਂ ਆਂਦਰਾਂ ਵੱਢ ਵੱਢ ਕੇ ਗਲਾਂ 'ਚ ਪਾਈਆਂ ਉਹਨਾਂ ਦੇ। ਆ ਅਰਦਾਸ ਵਿੱਚ ਭਾਈ ਮਨੀ ਸਿੰਘ ਨੇ ਸਾਰਾ ਸਿੱਖ ਇਤਿਹਾਸ ਪਰੋਇਆ ਹੋਇਆ ਕਿ ਜਦੋਂ ਅਰਦਾਸ ਪੜ੍ਹੋਗੇ ਸੁਣੋਗੇ ਤੁਹਾਡੀ ਇੱਕ ਝਾਤ ਪੈ ਜਾਊਗੀ ਆਪਣੇ ਸਿੱਖੀ ਦੇ ਇਤਿਹਾਸ ਉੱਤੇ। ਪਰ ਆਪਾਂ ਨੂੰ ਤਾਂ ਕੋਈ ਫਿਕਰ ਹੀ ਨਹੀਂ ਰਹਿ ਗਿਆ। ਹੁਣ ਤਾਂ ਅਰਦਾਸਾਂ ਵੀ ਆਪੋ ਆਪਣੀਆਂ ਬਣਾ ਲਈਆਂ ਅਸੀਂ। ਮਾਫ ਕਰਿਓ, ਇਹ ਜਿਹੜੀ ਭਾਈ ਮਨੀ ਸਿੰਘ ਨੇ ਅਰਦਾਸ ਬਣਾਈ ਨਾ 10ਵੇਂ ਪਾਤਸ਼ਾਹ ਦੇ ਹੁਕਮ, ਸਾਨੂੰ ਹੁਣ ਇਹ ਵੀ ਚੰਗੀ ਨਹੀਂ ਲੱਗਦੀ। ਇਹ ਸਾਡੀ ਹਾਲਤ ਬਣੀ ਹੋਈ। ਆਓ ਸੱਚੇ ਪਾਤਸ਼ਾਹ ਕਹਿੰਦੇ ਉਸ ਗੁਰਸਿੱਖ ਨੂੰ ਜੋ ਦਿਸੈ ਗੁਰ ਸਿੱਖੜਾ। ਗੁਰੂ ਦਾ ਸਿੱਖ, ਗੁਰੂ ਦਾ ਸਿੱਖ ਹੁਣ ਜਿਹੜਾ ਗੁਰੂ ਦੀ ਸਿੱਖਿਆ ਧਾਰਨ ਵਾਲਾ, ਜਿਹਦੇ ਅੰਦਰ ਗੁਰੂ ਦੀ ਸਿੱਖਿਆ। ਹੁਣ ਆਪਣੀਆਂ ਤਾਂ ਕੋਠੀਆਂ ਬੜੀਆਂ ਬੜੀਆਂ ਬਣਾਉਂਦੇ ਆ, ਤੇ ਉੱਥੇ ਜਾ ਕੇ ਦੇਖ ਲਓ ਪਾਕਿਸਤਾਨ, ਬਸ ਉਹ ਛੋਟਾ ਜਿਹਾ ਭਾਈ ਤਾਰੂ ਸਿੰਘ ਦਾ ਸਥਾਨ ਹੈਗਾ, ਤੇ ਜਿੱਥੇ ਭਾਈ ਮਨੀ ਸਿੰਘ ਦਾ ਹੋਇਆ ਉਹਨਾਂ ਦੇ ਭਤੀਜੇ ਭਰਾ ਸ਼ਹੀਦ ਹੋਏ ਆ, ਉਹ ਵੀ ਪਹਿਲਾਂ ਤਾਂ ਇਹੋ ਜਿਹਾ ਸੀ। ਹੁਣ ਉਹ ਬਲੈਤ ਦੀ ਸੰਗਤ ਨੇ ਗੁਰਦੁਆਰਾ ਬਣਾਇਆ ਉੱਥੇ। ਇਹ ਭਾਈ ਤਾਰੂ ਸਿੰਘ ਦਾ ਇਸ ਤਰ੍ਹਾਂ ਦਾ ਹੈਗਾ। ਸੋ ਇਸ ਕਰਕੇ ਸਾਧ ਸੰਗਤ ਸਰਦਾਰ ਬਘੇਲ ਸਿੰਘ ਇੱਕੀ ਵਾਰੀ ਦਿੱਲੀ ਫਤਿਹ ਕੀਤੀ ਹੈ। ਉੱਥੇ ਹਰਿਆਣੇ ਇੱਕ ਮੱਠ ਹੈਗਾ, ਉਹਦਾ ਹੋਰ ਕੁਛ ਨਹੀਂ, ਉੱਧਰ ਧਿਆਨ ਨਹੀਂ ਦਿੱਤਾ। ਹੁਣ ਆਪਾਂ ਨੂੰ ਬਘੇਲ ਸਿੰਘ ਤੋਂ ਕੀ ਲੈਣਾ ਦੇਣਾ? ਹੁਣ ਉਹ ਸਾਡੇ ਤਾਂ ਰਹੇ ਹੀ ਨਹੀਂ। ਸ਼ਹੀਦ ਜਿਹੜੇ ਉਹ ਵੀ ਜਾਤਾਂ ਨੇ ਵੰਡ ਲਿਆ। ਜਿਹੜਾ ਆਪਣੇ ਜੀਵਨ ਸਿੰਘ ਉਹ ਮਜ਼੍ਹਬੀਆਂ ਦਾ, ਮੋਤੀ ਮਹਿਰਾ ਝੀਰਾਂ ਦਾ, ਆਪਣਾ ਕੀ ਲੱਗਦਾ? ਔਰ ਇਸੇ ਤਰ੍ਹਾਂ ਜਿਹੜੇ ਸ਼ਹੀਦੀਆਂ ਦਾ ਬਰਾਦਰੀ ਦਾ, ਫਿਰ ਤਾਂ ਉਹ ਸਾਡਾ। ਜੇ ਸਾਡੀ ਬਰਾਦਰੀ 'ਚ ਇਹਨੇ ਆਪਣਾ ਨਹੀਂ ਕੁਝ ਵੀ ਲੱਗਦਾ। ਸ਼ਹੀਦ ਸਾਂਝੇ ਹੁੰਦੇ ਆ, ਮਰੀਦ ਸਾਂਝੇ ਹੁੰਦੇ ਆ। ਤੇ ਜੇ ਇੱਦਣ ਇਹ ਭਾਵਨਾ ਆ ਜਾਏ ਨਾ, ਫਿਰ ਤਾਂ ਮਹਾਰਾਜ ਦੀ ਬਖਸ਼ਿਸ਼ ਵੀ ਮਿਲ ਜਾਏ। ਸੋ ਇਸ ਕਰਕੇ ਅੱਜ ਦਾ ਜਿਹੜਾ ਸ਼ਬਦ ਕੋਈ ਵਿਚਾਰ ਦੇ ਰਿਹਾ, ਜੋ ਦਿਸੈ ਗੁਰ ਸਿੱਖੜਾ, ਜਿਹੜਾ ਗੁਰੂ ਦਾ ਸਿੱਖ ਨਜ਼ਰ ਆ ਰਿਹਾ,
ਹੁਣ ਆ ਕਿੰਨੀ ਸੰਗਤ ਆਉਂਦੀ ਹੈ, ਗੁੱਸਾ ਨਾ ਕਰਿਓ। ਸਿੱਖੀ ਵਾਲੀ ਗੱਲ ਤਾਂ ਬਹੁਤ ਦੂਰ ਗਈ ਹੋਵੇ। ਸਿੱਖੀ ਵਾਲੀ ਸਿੱਖ ਬਣੋ। ਜੇ ਸਿੱਖ ਬਣੋਗੇ ਤੇ ਸਿੱਖੀ ਹੈ, ਜੇ ਸਿੱਖੀ ਆ ਤੇ ਸਿੱਖ ਆ। ਜੇ ਸਿੱਖੀ ਕੋਲ ਨਹੀਂ ਤੇ ਸਿੱਖ ਅਸੀਂ ਕਿਹਦੇ ਹਾਂ? ਸਿੱਖ ਕੌਣ ਆ ਵੀ ਕਿਹਦੇ ਸਿੱਖ ਆ? ਇਸ ਵਾਸਤੇ ਗੁਰੂ ਪਿਆਰਿਓ ਮਹਾਰਾਜ ਉਸ ਗੁਰਸਿੱਖ ਦੀ ਮਹਿਮਾ ਕਰਦੇ ਆ, ਜੋ ਦਿਸੈ ਗੁਰ ਸਿੱਖੜਾ। ਜਿਹੜਾ ਗੁਰੂ ਦਾ ਸਿੱਖ ਨਜ਼ਰ ਆਉਂਦਾ ਤੇ ਇਸ ਨਿਵ ਨਿਵ ਲਾਗੋਂ ਪਾਏ, ਉਹਨੂੰ ਮੈਂ ਝੁਕ ਝੁਕ ਕੇ ਉਹਦੇ ਚਰਨੀ ਲੱਗਦਾ। ਆਪ ਮਹਾਰਾਜ ਕਹਿ ਰਹੇ, ਜਨ ਨਾਨਕ ਧੂਰ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰ ਹੈ। ਹੁਣ ਜਿੱਦਣ ਅਸੀਂ ਅਨਪੜ੍ਹ ਸੀਗੇ ਨਾ ਬਹੁਤੇ, ਆਪਣਾ ਉਹ ਬੁੜਾ ਅਨਪੜ੍ਹਾਂ ਨੇ ਸਿੱਖੀ ਹੁਣ ਤੇ ਸੰਭਾਲ ਛੱਡੀ, ਪਰਿਵਾਰ 'ਚ ਵੀ ਆਪਣੇ 'ਚ ਵੀ ਸਾਂਭ ਕੇ ਰੱਖੀ। ਹੁਣ ਅਸੀਂ ਪੜ੍ਹ ਲਿਖ ਬਹੁਤ ਗਏ ਹਾਂ, ਸਿੱਖੀ ਦਾ ਤਾਂ ਪੂਰਾ ਜਲੂਸ ਕੱਢ ਦਿੱਤਾ ਨਾ ਪੜ੍ਹਿਆ ਲਿਖਿਆ। ਚਾਹੀਦਾ ਤਾਂ ਅਸੀਂ ਵਿਦਿਆ ਪੜ੍ਹ ਕੇ ਦੂਜਿਆਂ ਨੂੰ ਪ੍ਰੇਰ ਕੇ ਸਿੱਖ ਬਣਾਉਂਦੇ। ਅਸੀਂ ਪੜ੍ਹ ਕੇ ਨਾ ਆਪ ਰਹੇ, ਨਾ ਸਾਡੀਆਂ ਔਲਾਦਾਂ ਸਿੱਖ ਰਹੀਆਂ। ਐਡੀ ਡਿਵੈਲਪਮੈਂਟ, ਐਡੀ ਤਰੱਕੀ ਕਰ ਲਈ ਅਸੀਂ, ਇੰਨੀ ਤਰੱਕੀ ਕਰ ਗਏ ਹਾਂ। ਪੜ੍ਹੋ ਜ਼ਰੂਰ, ਪੜ੍ਹਾਈ ਮਾੜੀ ਨਹੀਂ, ਹਰ ਤਰ੍ਹਾਂ ਦੀ ਵਿਦਿਆ ਲਓ। ਗੁਰੂ ਮਹਾਰਾਜ ਨੇ ਵੀ ਕਿੰਨਾ 52 ਕਵੀ, ਕਿੰਨੇ ਵਿਦਵਾਨ ਸੰਪਰਦਾਇ ਟਕਸਾਲਾਂ ਆਪ ਚਲਾਈਆਂ ਮਹਾਰਾਜ ਨੇ। ਚਾਹੀਦੀ ਹੈ, ਪਰ ਪੜ੍ਹ ਕੇ ਇਹ ਸੀ ਕਿ ਅਸੀਂ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਇੱਕ ਤਾਂ ਵਿਦਿਆ ਹੁੰਦੀ ਮਗਜ ਖਾਣੀ, ਮਗਜ ਖਪਾਈ, ਲੈਣਾ ਦੇਣਾ ਕੁਝ ਨਹੀਂ। ਇੱਕ ਬੇ ਹੈਗੀ ਹੈ ਗੋਸ਼ਤ ਖਾਣੀ। ਵਿਦਿਆ ਦੇ ਬਾਨਾ ਮਾਇਆ ਪਦਾਰਥ ਛਕ ਛਕਾ ਲੈ, ਟੱਬਰ ਟੀਰ ਪਾੜ ਲਿਆ, ਬਸ ਇੰਨਾ ਕੀ ਕੰਮ। ਇੱਕ ਹੈ ਵੀ ਹੱਡ ਚੁਰੁੰਡੀ, ਜਿਵੇਂ ਕੁੱਤਾ ਹੱਡੀਆਂ ਚੱਬਦਾ ਨਾ, ਰਾਜਦਾ ਤਾਂ ਕੁਛ ਨਹੀਂ। ਬਤੰਡਾਬਾਦ, ਝਗੜੇ ਰਗੜੇ, ਬਾਦ ਵਿਵਾਦ ਖੜੇ ਕਰ ਦੇਣੇ, ਗੁਰੂ ਕੀ ਮਰਜ਼ਾਦਾ ਤੇ ਕਿੰਤੂ ਪਰੰਤੂ ਸ਼ੰਕੇ ਖੜੇ ਕਰਨੇ, ਇਹ ਹੱਡ ਚੁਰੁੰਡਣੀ ਹੈ। ਵਿਦਿਆ ਕਿਹੜੀ ਸਫਲ ਹੈ? ਮਨ ਸਮਝਾਵਨ ਕਾਰਨ, ਕਛੂਕ ਪੜ੍ਹੀ ਹੈ ਗਿਆਨ, ਇਹ ਵਿਦਿਆ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਵਿਦਿਆ ਪੜ੍ਹ ਕੇ ਵਿਚਾਰ ਪੈਦਾ ਕਰਨੀ, ਵਿਚਾਰ ਦੇ ਸਹਿਤ ਆਪਣੇ ਮਨ ਨੂੰ ਗੁਰਮੁਖਤਾਈ ਵਿੱਚ ਲਿਆਉਣਾ, ਦੂਜਿਆਂ ਨੂੰ ਉਪਦੇਸ਼ ਦੇ ਕੇ ਗੁਰਮੁਖ ਬਣਾਉਣਾ, ਇਹ ਵਿਦਿਆ ਸਫਲ। ਇੱਕ ਸੱਪ ਹੁੰਦਾ ਨਾ, ਉਹ ਮਣੀ ਹਨੇਰੇ 'ਚ ਰੱਖਦਾ, ਬੜਾ ਖੁਸ਼ ਹੁੰਦਾ ਵੀ ਮੇਰੇ ਕੋਲ ਮਣੀ ਹੈ, ਪਲਛੇਟੇ ਮਾਰਦਾ, ਗਵਾ ਲੈਂਦਾ, ਉਹਦੇ ਵਿਜੋਗ 'ਚ ਮਰ ਜਾਂਦਾ ਉਹ। ਇੱਕ ਹੁੰਦਾ ਉਹ ਮਣੀ ਦੇ ਪ੍ਰਕਾਸ਼ ਨਾਲ ਕੀੜੇ ਮਕੌੜੇ ਆਉਂਦੇ ਆ, ਉਹ ਖਾ ਕੇ ਢਿੱਡ ਭਰਦਾ। ਇੱਕ ਹੁੰਦਾ ਮਣੀ ਚੰਦਰਮਨੀਆਂ ਰੇਸ਼ਮਾਂ ਰੱਖਦਾ, ਜਿਹੜੇ ਚੰਦਰਮੀਆਂ ਰੇਸ਼ਮਾਂ ਪੈਣੀਆਂ ਉਹ 'ਚੋਂ ਅੰਮ੍ਰਿਤ ਨਿਕਲਦਾ, ਉਹ ਚੱਟ ਕੇ ਜ਼ਹਿਰ ਸ਼ਾਂਤ ਕਰਦਾ। ਕਈਆਂ ਦਾ ਇਹ ਹੀ ਪੰਡਤ ਰੋਗਾ ਗਿਆਨ ਗਵਾਏ, ਵਿਦਿਆ ਪੜ੍ਹ ਲਈ ਬਸ ਗਵਾ ਲਿਆ ਸਾਰਾ ਕੁਛ, ਪੁੱਠਾ ਕੰਮ ਕਰਕੇ। ਇੱਕ ਹੈਗੇ ਆ ਉਹ ਵਿਦਿਆ ਦੇ ਬਲ ਨਾਲ ਬਸ ਮਾਇਆ ਪਦਾਰਥ, ਸ਼ਰਾਬਾਂ ਕਬਾਬਾਂ, ਬਸ ਇੱਧਰ ਹੀ ਲੱਗੇ ਹੋਏ। ਇੱਕ ਹੈਗੇ ਆ ਉਹ ਸੋਮਵਾਰ ਸਸ ਅੰਮ੍ਰਿਤ ਝਰੈ, ਚਾਕਤ ਬੇਗ ਸਗਲ ਬੇਖਹਰ। ਇਸ ਵਿਦਿਆ ਦੁਆਰਾ ਗਿਆਨ ਆਤਮ ਬ੍ਰਹਮ ਵਿਦਿਆ ਲੈ ਕੇ ਪੰਜਾਂ ਬਕਾਰਾਂ ਦੀ ਜ਼ਹਿਰ ਵੱਲੋਂ ਆਪਣੇ ਮਨ ਨੂੰ ਸ਼ਾਂਤ ਕਰਨਾ, ਇਹ ਤਾਂ ਹੈਗੀ ਵਿਦਿਆ ਦੀ ਪੜ੍ਹਾਈ। ਅੱਜ ਹੁਣ ਤੁਸੀਂ ਦੇਖ ਲਓ ਕਿਸ ਤਰ੍ਹਾਂ ਦੀ ਪੜ੍ਹਾਈ ਹੈ। ਆਹ ਰਾਵਣ ਦੀਆਂ ਗੱਲਾਂ ਚੱਲਦੀਆਂ, ਕਿੰਨੇ ਸਾਲ ਹੋ ਗਏ, ਬੋਤੀਆ ਬਣਾ ਕੇ ਕਾਗਜ਼ ਬੰਨ ਕੇ ਫੂਕਦੇ ਹੁੰਦੇ ਸੀ। ਹੁਣ ਤਾਂ ਹਿੰਦੁਸਤਾਨ 'ਚ ਇੰਨੇ ਰਾਵਣ ਹੋ ਗਏ, ਅੱਗੇ ਤੋਂ ਉਹਦਾ ਲੰਕਾ ਹੀ ਸੀ ਨਾ, ਉਹਨ ਮਾਤਾ ਸੀਤਾ ਨਾਲ ਕੋਈ ਮਾੜਾ ਵਿਹਾਰ ਨਹੀਂ ਕੀਤਾ, ਕੋਈ ਗਲਤ ਕੰਮ ਨਹੀਂ ਕੀਤਾ। ਇੰਨੀ ਗਲਤੀ ਵੀ ਚੁੱਕ ਕੇ ਲੱਗਿਆ, ਇਹ ਗਲਤੀ, ਹੋਰ ਕੋਈ ਆਚਾਰ ਵਿਚਾਰ ਦੀ ਗੱਲ ਨਹੀਂ। ਹੁਣ ਇੰਨੇ ਰਾਵਣ ਹਿੰਦੁਸਤਾਨ 'ਚ ਪੈਦਾ ਹੋਏ ਆ, ਕਹਿੰਦੇ ਵੀ ਰਾਵਣ ਮਾੜਾ, ਹੁਣ ਤਾਂ ਪਤਾ ਹੀ ਨਹੀਂ ਰਾਵਣ ਇੰਨੇ ਪੈਦਾ ਹੋ ਗਏ, ਇਹਨਾਂ ਦਾ ਹਿਸਾਬ ਕਿਤਾਬ ਵੀ ਬੜਾ ਔਖਾ। ਅਖਬਾਰਾਂ ਪੜ੍ਹ ਕੇ ਦੇਖ ਲਓ, ਰਾਵਣ
ਇੰਨੇ ਰਾਵਣ ਇੱਥੇ ਪੈਦਾ ਹੋ ਗਏ, ਇਹਨਾਂ ਨੂੰ ਕੌਣ ਸਾਂਭੂਗਾ? ਉਹ ਤਾਂ ਲੰਕਾ 'ਚ ਸੀ, ਸ਼੍ਰੀ ਰਾਮਚੰਦਰ ਗਏ, ਉਹਦੇ ਕਰਮ ਦਾ ਫਲ ਭੁਗਤਾਇਆ, ਭੀਸ਼ਣ ਬਹਾਲਤਾ। ਹੁਣ ਆ ਹਿੰਦੁਸਤਾਨ ਨੇ ਰਾਵਣ ਆ, ਤੇ ਦਿੱਲੀ ਦਰਬਾਰ ਨੂੰ ਇਹ ਰਾਵਣ ਨਹੀਂ ਨਜ਼ਰ ਆਉਂਦੇ? ਇਹਨਾਂ ਦੇ ਰਾਜ ਵਿੱਚ ਹੋ ਕੀ ਰਿਹਾ? ਕੋਈ ਧੀ ਭੈਣ ਦੀ ਇੱਜ਼ਤ ਹੈ ਸੁਰੱਖਿਅਤ? ਅਖਬਾਰਾਂ ਪੜ੍ਹ ਦੇਖੋ ਕਿਸ ਤਰ੍ਹਾਂ ਦਾ ਹਾਲ। ਇਹ ਧੰਨ ਕਲਗੀਆਂ ਵਾਲੇ ਪਾਤਸ਼ਾਹ, ਧੰਨ ਖਾਲਸਾ ਪੰਥ 60,000 ਲੜਕੀ ਬੰਦੀ ਬਣਾ ਕੇ ਕਿਵੇਂ ਲੈ ਜਾਂਦੇ ਸੀ। ਤੇ ਉਦੋਂ ਤਾਂ ਚੇਤੇ ਆਉਂਦਾ ਸੀ ਹਾਈਵੇ ਰਨ ਬਸਰੀ ਨੂੰ ਗਈ, ਮੋੜੀ ਬਾਬਾ ਕੱਛ ਵਾਲਿਆ, ਉਦੋਂ ਕੱਛ ਵਾਲਾ ਚੇਤੇ ਆਉਂਦਾ ਸੀ। ਹੁਣ ਸਾਨੂੰ ਸਿੱਖਾਂ ਨੂੰ ਕੱਛਾਂ ਬੁਰੀਆਂ ਲੱਗਣ ਲੱਗ ਪਈਆਂ, ਟੀਚਰਾਂ ਕਰਦੇ ਆ ਗੁਰੂ ਦੇ ਬਾਣੇ, ਪਰ ਮਹਾਰਾਜ ਉਹਨਾਂ ਗੁਰਸਿੱਖਾਂ ਨੂੰ ਸਤਿਕਾਰ ਦਿੰਦੇ ਆ। ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ। ਜੇ ਉਹੋ ਜਿਹਾ ਗੁਰਸਿੱਖ ਦਿਸ ਪੈ, ਅਸੀਂ ਝੁਕ ਕੇ ਉਹਨਾਂ ਦੇ ਚਰਨਾਂ ਨੂੰ ਨਮਸਕਾਰਾਂ ਕਰਦੇ। ਧੰਨ ਬਾਬਾ ਦੀਪ ਸਿੰਘ, ਧੰਨ ਭਾਈ ਮਨੀ ਸਿੰਘ ਸਾਹਿਬ, ਅਕਾਲੀ ਫੂਲਾ ਸਿੰਘ, ਕੈਸੇ ਗੁਰਸਿੱਖ ਹੋਏ। ਨਵਾਬ ਕਪੂਰ ਸਿੰਘ, ਨਾਂ ਲੈਣ ਨਾਲ ਰਸਨਾ ਪਵਿੱਤਰ ਹੁੰਦੀ ਹੈ, ਐਸੇ ਪਵਿੱਤਰ ਉਹਨਾਂ ਦੇ ਜੀਵਨ ਹਨ। ਸੋ ਇਸ ਕਰਕੇ ਸੱਚੇ ਪਾਤਸ਼ਾਹ ਨੇ ਕਿਰਪਾ ਬੜੀ ਕੀਤੀ ਹੈ। ਗੁਰਪੁਰਬ ਹੋਰ ਵੀ ਮਨਾਉਣਾ 550 ਸਾਲਾਂ ਦਾ ਮਨਾ ਲਿਆ ਨਾ, ਹੁਣ 551ਵਾਂ ਹੈਗਾ। ਤੇ ਜੇ 550 ਸਾਲਾਂ 'ਚ ਖੱਟੀ ਨਹੀਂ ਖੱਟੀ, ਤਾਂ ਹੁਣੇ ਕੋਈ ਮੋਰਚਾ ਮਾਰ ਲਈਏ। ਰੋਮਾਂ ਦੀ ਬੇਅਦਬੀ ਛੱਡੋ, ਨਸ਼ੇ ਛੱਡੋ, ਫੈਸ਼ਨ ਛੱਡੋ, ਵੱਧ ਤੋਂ ਵੱਧ ਅੰਮ੍ਰਿਤ ਵੇਲੇ ਉਠੋ, ਨਾਮ ਬਾਣੀ ਦਾ ਅਭਿਆਸ ਕਰੋ, ਖੰਡੇ ਬਾਟ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ। ਫਿਰ ਤਾਂ ਹੈਗਾ ਜਿੱਥੇ ਅੱਗੇ ਮਨਾਇਆ ਗਿਆ ਮਨਾਇਆ ਇਹ ਵੀ ਜਾਣਾ। 4 ਦਿਨ ਬਾਕੀ ਰਹਿ ਗਏ, 22 ਹੋ ਗਈ ਹੈ, 30 ਹੈ ਕਿ ਮਨਾਏ ਜਾਣੇ ਆ, ਮਨਾ ਹੋ ਜਾਣੇ। ਮਨਾਉਣਾ ਤਾਂ ਮਨ ਨੂੰ, ਗੁਰਪੁਰਬ ਦੇ ਉੱਤੇ ਮਨ ਮਨਾਇਆ ਨਹੀਂ। ਤੇ ਮਹਾਰਾਜ ਕਹਿੰਦੇ ਮਨ ਮਾਨਿਆ ਤੋ ਹਰ ਜਾਣਿਆ। ਜਿੰਨਾ ਚਿਰ ਮਨ ਨਹੀਂ ਮੰਨਦਾ ਨਾ, ਮੇਲੇ ਜਿੰਨੇ ਮਰਜ਼ੀ ਮਨਾ ਲਿਓ, ਮਨ ਨੂੰ ਮਨਾਓ। ਮਨ ਦੇ ਜਿਹੜੇ ਰੋਗ, ਮਨ ਦੇ ਵਿਕਾਰ ਆ, ਇਹ ਤਿਆਗੋ। ਅੱਜ ਇਹ ਉਪਦੇਸ਼ ਦਿੱਤਾ ਨਾ, ਤਿਆਗਿਆ ਮਨ ਕੀ ਮਤੜੀ ਬਸਾਰੇ ਦੂਜਾ ਭਾਉ। ਮਨ ਦੀ ਮਤ ਤਿਆਗ ਕੇ ਦਵੈਸ਼ ਵਾਲਾ ਭਾਵ ਤਿਆਗੋ। ਲੈ ਇੱਕ ਪੰਗਤੀ ਤੇ ਅਮਲ ਕਰ ਲਓ ਤੇ ਮਹਾਰਾਜ ਦੀਆਂ ਬਖਸ਼ਾਂ ਮਿਲ ਜਾਣਗੀਆਂ। ਬਖਸ਼ਿਸ਼ਾਂ ਇਹ ਤਾਂ ਮੰਗਣ ਦੀ ਵੀ ਲੋੜ ਨਹੀਂ, ਮਹਾਰਾਜ ਦਿਆਲੂ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ। ਬੋਲ ਵੀ ਆਖਰੀ ਪੰਗਤੀਆਂ। ਮੈਂ ਬਹੁੜ ਨਾ ਤ੍ਰਿਸ਼ਨਾ ਭੁਖੜੀ, ਹਉ ਰੱਜਾ ਤ੍ਰਿਪਤ ਅਘਾਏ ਜੀਓ। ਜੋ ਗੁਰ ਦੀਸੈ ਸਿਖੜਾ, ਤਿਸ ਨੇਵ ਨੇਵ ਲਾਗੋ ਪਾਏ ਜੀਓ। ਉਹਨਾਂ ਨੂੰ ਮੁੜ ਕੇ ਨਾ ਕੋਈ ਭੁੱਖ ਨਾ ਪਿਆਸ, ਦੁਨੀਆ ਦਾ ਕੋਈ ਲਾਲਚ ਹਿਲਾ ਸਕੇ। ਪਰ ਗੁਰਸਿੱਖੀ 'ਚ ਰਹਿੰਦਿਆਂ ਖੋਪਰੀਆਂ ਲਾਹ ਲਈਆਂ, ਬੰਦ ਕਟਾ ਲੈ, ਜਬੂਰਾ ਨਾ ਮਾਸ, ਚਰਖੜੀਆਂ ਦੇ ਤੁੰਬਾ ਹੋ। ਸੋ ਇਸ ਕਰਕੇ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਪੰਥ ਦੀ ਬਾਂਹ ਫੜਨ। ਇਸ ਵੇਲੇ ਜਿਹੜੀ ਹਾਲਤ ਆ ਬੜੀ ਦਰਦਜਨਕ ਬਣੀ ਹੋਈ ਹੈ, ਤੇ ਗੁਰੂ ਮਹਾਰਾਜ ਮਿਹਰ ਕਰਨ, ਪੰਥ ਵਿੱਚ ਏਕਤਾ, ਇਤਫਾਕ, ਪਿਆਰ ਬਖਸ਼ਿਸ਼ ਕਰਨ। ਆਈ ਸੰਗਤ ਨੂੰ ਜੀ ਆਇਆਂ ਸਾਰਿਆਂ ਦਾ ਭਾਈ ਬਹੁਤ ਬਹੁਤ ਧੰਨਵਾਦ। ਮਹਾਰਾਜ ਕਿਰਪਾ ਕਰਨ, ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸੇਵਾਦਾਰਾਂ ਦਾ ਧੰਨਵਾਦ ਹੈ। ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।